ਹੈਲੋ ਫਰੈਂਡਸ, मैं ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਜਹਾਂਗੀਰ ਦਾ ਇਤਿਹਾਸ, ਜੋ ਕਿ ਮੁਗਲ ਕਾਲ ਦਾ ਜੀ ਇੱਕ ਸ਼ਾਸਕ ਹੈ ਅਤੇ ਜੋ ਮੁਗਲ ਕਾਲ ਹੈ ਭਾਰਤੀ ਮੱਧਕਾਲੀਨ ਇਤਿਹਾਸ ਦੇ ਅੰਦਰ ਜੀ ਇਹ ਆਉਂਦਾ ਹੈ। ਜੋ ਜਹਾਂਗੀਰ ਹੈ ਜੀ ਇਹ ਅਕਬਰ ਦਾ ਪੁੱਤਰ ਹੈ। ਅਕਬਰ ਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਜੀ। ਅਕਬਰ ਦੇ ਬਾਰੇ ਆਪਣੇ ਚੈਨਲ ਦੇ ਉੱਪਰ 2 ਵੀਡੀਓ ਅਪਲੋਡ ਨੇ, ਪਾਰਟ 1 ਪਾਰਟ 2। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖਿਆ ਤਾਂ ਜੀ ਉਹਨਾਂ ਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ 'ਚ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਤੇ ਐਂਡ ਸਕਰੀਨ ਤੇ ਮਿਲ ਜਾਏਗਾ। ਤੁਸੀਂ ਉਹ ਵੀਡੀਓਜ਼ ਨੂੰ ਪਹਿਲਾਂ ਦੇਖ ਲਓ ਤਾਂ ਕਿ ਤੁਸੀਂ ਅੱਜ ਵਾਲੇ ਚੈਪਟਰ ਨੂੰ ਵਧੀਆ ਤਰੀਕੇ ਸਮਝ ਸਕੋ। ਜੋ ਜਹਾਂਗੀਰ ਹੈ ਜੀ ਅਕਬਰ ਦਾ ਪੁੱਤਰ ਹੈ ਅਤੇ ਇਹ ਜੋ ਮੁਗਲ ਕਾਲ ਦਾ ਜੀ ਚੌਥਾ ਸ਼ਾਸਕ ਬਣਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਹਾਂਗੀਰ ਦੇ ਇਤਿਹਾਸ ਨੂੰ ਪੜ੍ਹਾਂਗੇ, ਡਿਟੇਲ ਨਾਲ ਜਾਣਾਂਗੇ ਕਿ ਜਹਾਂਗੀਰ ਕੀ ਸੀ, ਕਿਵੇਂ ਉਹ ਸ਼ਾਸਕ ਬਣਿਆ, ਕਿਸ ਤਰ੍ਹਾਂ ਉਸਨੇ ਆਪਣੇ ਸਾਮਰਾਜ ਦਾ ਵਾਧਾ ਕੀਤਾ ਅਤੇ ਜੋ ਵੀ ਵੱਖ-ਵੱਖ ਪੁਆਇੰਟ ਜੀ ਇਸ ਦੇ ਜੀਵਨ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਆ, ਆਪਾਂ ਉਹਨਾਂ ਨੂੰ ਸਭ ਨੂੰ ਜੀ ਅੱਜ ਦੀ ਵੀਡੀਓ ਦੇ ਵਿੱਚ ਡਿਟੇਲ ਨਾਲ ਕਵਰ ਕਰਾਂਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਪੰਜਾਬ ਐਜੂਕੇਸ਼ਨ ਚੈਨਲ ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਵੀ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਐਪ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਜਾ ਕੇ ਪੰਜਾਬ ਐਜੂਕੇਸ਼ਨ ਨੂੰ ਜੀ ਟੈਲੀਗ੍ਰਾਮ ਤੇ ਵੀ ਹੁਣੇ ਫੋਲੋ ਕਰੋ। ਹੁਣ ਆਪਾਂ ਵਧਦੇ ਹਾਂ ਜੀ ਆਪਣੀ ਵੀਡੀਓ ਦੇ ਵੱਲ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਦੇਖ ਲੈਂਦੇ ਹਾਂ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜੀ ਜਾਣ ਪਛਾਣ ਯਾਨੀ ਕਿ ਇੰਟਰੋ। ਆਪਾਂ ਜਾਣਾਂਗੇ ਕਿ ਜਹਾਂਗੀਰ ਕੌਣ ਆ, ਉਸ ਦੇ ਬਾਰੇ ਥੋੜ੍ਹੀ ਜਿਹੀ ਜੋ ਬੇਸਿਕ ਇੰਟਰੋ ਹੈ ਜੀ ਉਹ ਆਪਾਂ ਇੱਥੇ ਪੜ੍ਹਾਂਗੇ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਜਹਾਂਗੀਰ ਦੇ ਆਰੰਭਿਕ ਜੀਵਨ ਨੂੰ। ਫਿਰ ਇਸ ਤੋਂ ਬਾਅਦ ਇੱਕ ਘਟਨਾ ਆ ਜਾਂਦੀ ਹੈ ਜੀ ਅਨਾਰਕਲੀ ਦਾ ਸਲੀਮ ਦੇ ਨਾਲ ਪ੍ਰੇਮ ਸੰਬੰਧ। ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਪੜ੍ਹਾਂਗੇ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਖੁਸਰੋ ਦਾ ਵਿਦਰੋਹ। ਇਹ ਖੁਸਰੋ ਕੌਣ ਸੀ, ਇਹਨੇ ਵਿਦਰੋਹ ਕਿਉਂ ਕੀਤਾ, ਇਹ ਸਾਰੀਆਂ ਚੀਜ਼ਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ, ਜੋ ਸਿੱਖਾਂ ਦੇ 5ਵੇਂ ਗੁਰੂ ਸੀ ਜੀ, ਉਹਨਾਂ ਦੀ ਸ਼ਹੀਦੀ ਦੇ ਬਾਰੇ ਵੀ ਅੱਜ ਦੇ ਜੋ ਚੈਪਟਰ ਹੈ ਇਸ ਦੇ ਵਿੱਚ ਇੱਕ ਟੌਪਿਕ ਆਏਗਾ ਜੀ ਉਹ ਆਪਾਂ ਕਵਰ ਕਰਾਂਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਜਹਾਂਗੀਰ ਦੇ ਸਾਮਰਾਜ ਦੇ ਵਿੱਚ ਵਾਧਾ, ਉਸਨੇ ਕਿਸ ਤਰ੍ਹਾਂ ਆਪਣੇ ਸਾਮਰਾਜ ਦੇ ਵਿੱਚ ਵਾਧਾ ਕੀਤਾ। ਫਿਰ ਆਪਾਂ ਪੜ੍ਹਾਂਗੇ ਜੀ ਜਹਾਂਗੀਰ ਅਤੇ ਨੂਰ ਜਹਾਂ ਬੇਗਮ ਦੇ ਬਾਰੇ, ਇਹ ਕੌਣ ਸੀ, ਇਹਨਾਂ ਦੇ ਬਾਰੇ ਆਪਾਂ ਨੂੰ ਪਤਾ ਲੱਗੇਗਾ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਨਿਆਂ ਦੀ ਜੰਜੀਰ। ਇੱਕ ਨਿਆਂ ਦੀ ਜੰਜੀਰ ਜੀ ਜਹਾਂਗੀਰ ਦੇ ਦੁਆਰਾ ਬਣਾਈ ਗਈ ਸੀ, ਇਹ ਕੀ ਸੀ, ਇਸ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਜਹਾਂਗੀਰ ਦੀ ਮੌਤ ਅਤੇ ਉਸ ਦੇ ਉੱਤਰਾਧਿਕਾਰੀ, ਅਤੇ ਉਸ ਤੋਂ ਬਾਅਦ ਜੀ ਜੋ ਹੋਰ ਕੁਝ ਪੁਆਇੰਟ ਜਿਨ੍ਹਾਂ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛ ਰਹੇ ਜਾਂਦੇ ਨੇ ਉਹ ਆਪਾਂ ਵੀਡੀਓ ਦੇ ਐਂਡ 'ਤੇ ਕਵਰ ਕਰਾਂਗੇ। ਹੁਣ ਇੱਕ ਇੱਕ ਕਰਕੇ ਜੀ ਇਹਨਾਂ ਪੁਆਇੰਟਸ ਨੂੰ ਆਪਾਂ ਪੜ੍ਹਦੇ ਹਾਂ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਜਹਾਂਗੀਰ ਹੈ ਕੌਣ। ਜੋ ਜਹਾਂਗੀਰ ਹੈ ਜੀ ਅਕਬਰ ਦਾ ਪੁੱਤਰ ਸੀ। ਜੋ ਤੁਸੀਂ ਨਾਲ ਪਿਕਚਰ ਦੇਖ ਰਹੇ ਹੋ ਜੀ ਇਹ ਜਹਾਂਗੀਰ ਦੀ ਹੈ। ਇਮੇਜਨਰੀ ਹੋ ਸਕਦੀ ਹੈ ਜਾਂ ਰੀਅਲ ਹੋ ਸਕਦੀ ਹੈ ਜੀ, ਇਸ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਠੀਕ ਹੈ ਜੀ। ਜੋ ਜਹਾਂਗੀਰ ਹੈ ਅਕਬਰ ਦਾ ਪੁੱਤਰ ਸੀ, ਜੋ ਅਕਬਰ ਦੀ ਮੌਤ ਤੋਂ ਬਾਅਦ 1605 ਈਸਵੀ ਦੇ ਵਿੱਚ ਮੁਗਲ ਵੰਸ਼ ਦਾ ਜੀ ਚੌਥਾ ਸ਼ਾਸਕ ਬਣਿਆ ਸੀ। ਆਪਾਂ ਲਾਸਟ ਵੀਡੀਓ ਦੇ ਵਿੱਚ ਪੜ੍ਹਿਆ ਸੀ ਅਕਬਰ ਵਾਲੀ ਵੀਡੀਓ ਦੇ ਵਿੱਚ ਕਿ 1605 ਈਸਵੀ ਦੇ ਵਿੱਚ ਜੋ ਅਕਬਰ ਹੈ ਜੀ ਉਸ ਦੀ ਮੌਤ ਹੋ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਅਗਲਾ ਸ਼ਾਸਕ ਬਣਦਾ ਹੈ ਮੁਗਲ ਵੰਸ਼ ਦਾ ਉਹ ਹੈ ਜੀ ਜਹਾਂਗੀਰ, ਜੋ ਚੌਥਾ ਸ਼ਾਸਕ ਬਣਦਾ ਹੈ ਜੀ ਮੁਗਲ ਵੰਸ਼ ਦਾ। ਇਸ ਤੋਂ ਪਹਿਲਾਂ 3 ਸ਼ਾਸਕ ਆਪਾਂ ਪੜ੍ਹ ਚੁੱਕੇ ਹਾਂ ਜੀ ਮੁਗਲ ਵੰਸ਼ ਦੇ ਵਿੱਚ। ਪਹਿਲਾ ਸੀ ਜੀ ਬਾਬਰ, ਦੂਸਰਾ ਸੀ ਹੁਮਾਯੂੰ ਜੀ, ਤੀਸਰਾ ਸੀ ਅਕਬਰ। ਅਕਬਰ ਦਾ ਪੁੱਤਰ ਆ ਜਾਂਦਾ ਜੀ ਜਹਾਂਗੀਰ, ਜੋ ਚੌਥਾ ਸ਼ਾਸਕ ਬਣਦਾ ਹੈ। ਅਤੇ ਜਦੋਂ ਜਹਾਂਗੀਰ ਸ਼ਾਸਕ ਬਣਦਾ ਹੈ ਜੀ 1605 ਈਸਵੀ ਦੇ ਵਿੱਚ, ਅਤੇ ਉਸ ਸਮੇਂ ਇਸ ਦੀ ਉਮਰ ਸੀ ਜੀ ਲਗਭਗ 36 ਸਾਲ ਦੀ, ਜੋ ਕਿ ਇੱਕ ਵੱਡੀ ਉਮਰ ਮੰਨੀ ਜਾਂਦੀ ਸੀ ਜੀ ਰਾਜਾ ਬਣਨ ਲਈ, ਕਿਉਂਕਿ ਉਸ ਸਮੇਂ ਜ਼ਿਆਦਾ ਕੋਈ ਪੜ੍ਹਾਈ ਤਾਂ ਕਰਨੀ ਨਹੀਂ ਹੁੰਦੀ ਸੀ ਜੀ। ਰਾਜਿਆਂ ਨੇ ਇੱਦਾਂ ਤਾਂ ਹੈ ਨਹੀਂ ਵੀ ਆਪਣੇ ਵਾਂਗੂ 30 ਸਾਲ ਤੱਕ ਪੜ੍ਹਦੇ ਰਹਿਣ, ਉਹਨਾਂ ਨੇ 20-22 ਸਾਲ ਤੱਕ ਰਾਜਾ ਬਣ ਜਾਣਾ ਹੁੰਦਾ ਸੀ। ਉਸ ਸਮੇਂ ਤੱਕ ਜੋ ਆਪਣੀ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਸੀ ਜਾਂ ਜੋ ਉਹਨਾਂ ਨੇ ਸੈਨਿਕ ਸਿੱਖਿਆ ਲੈਣੀ ਹੁੰਦੀ ਸੀ ਉਹ ਪੂਰੀ ਹੋ ਜਾਂਦੀ ਸੀ। ਜਹਾਂਗੀਰ ਦੇ ਬਚਪਨ ਦਾ ਨਾਮ ਸੀ ਜੀ ਸਲੀਮ। ਇਹਦਾ ਸਲੀਮ ਨਾਂ ਕਿਉਂ ਰੱਖਿਆ ਗਿਆ ਜੀ, ਕਿਉਂਕਿ ਇੱਕ ਸ਼ੇਖ ਸੀ ਜੀ, ਇੱਕ ਸੂਫੀ ਸ਼ੇਖ ਸੀ ਜਿਸ ਦਾ ਨਾਮ ਸੀ ਸਲੀਮ ਚਿਸ਼ਤੀ, ਉਸ ਦੇ ਨਾਮ 'ਤੇ ਹੀ ਅਕਬਰ ਨੇ ਰੱਖਿਆ ਸੀ ਜਹਾਂਗੀਰ ਦਾ ਨਾਮ ਸਲੀਮ, ਠੀਕ ਹੈ ਜੀ। ਸਲੀਮ ਨਾਂ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਉਸਨੇ ਸਲੀਮ ਚਿਸ਼ਤੀ ਦੀ ਦਰਗਾਹ ਦੇ ਉੱਪਰ ਮੰਨਤ ਮੰਗੀ ਸੀ ਕਿ ਉਸਦੇ ਘਰੇ ਜੀ ਇੱਕ ਪੁੱਤਰ ਹੋਵੇ, ਕਿਉਂਕਿ ਜੋ ਅਕਬਰ ਦੇ ਪਹਿਲਾਂ ਵਾਲੇ ਬੱਚੇ ਸੀ ਉਹ ਸਾਰੇ ਜੀ ਜਨਮ ਤੋਂ ਬਾਅਦ ਹੀ ਮਰ ਜਾਂਦੇ ਸੀ, ਠੀਕ ਹੈ ਜੀ। ਇਸੇ ਲਈ ਉਸਨੇ ਜੋ ਸਲੀਮ ਚਿਸ਼ਤੀ ਹੈ ਇਸ ਦੀ ਦਰਗਾਹ 'ਤੇ ਸੁੱਖ ਸੁੱਖੀ ਅਤੇ ਸੁੱਖ ਪੂਰੀ ਹੋਣ ਦੇ ਬਾਅਦ ਜੀ ਉਸਨੇ ਜੋ ਇਹ ਜਹਾਂਗੀਰ ਆ ਉਸ ਦਾ ਬਚਪਨ ਦਾ ਨਾਮ ਸਲੀਮ ਰੱਖ ਦਿੱਤਾ ਸੀ। ਸਲੀਮ ਨੇ ਜੀ ਆਪਣੇ ਪਿਤਾ ਦੇ ਵਿਰੁੱਧ ਯਾਨੀ ਕਿ ਅਕਬਰ ਦੇ ਵਿਰੁੱਧ ਵਿਦਰੋਹ ਕੀਤਾ ਸੀ ਅਤੇ ਉਸਨੇ ਜੀ ਉਸਦੇ ਵਿਸ਼ਵਾਸੀ ਦਰਬਾਰੀ ਜਿਸ ਦਾ ਨਾਮ ਸੀ ਜੀ ਅਬੁਲ ਫਜ਼ਲ, ਉਸ ਦਾ ਕਤਲ ਕਰਵਾ ਦਿੱਤਾ ਸੀ। ਇਹ ਅਬੁਲ ਫਜ਼ਲ ਜੀ ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਸੀ, ਜਿਸ ਦੇ ਬਾਰੇ ਆਪਾਂ ਅਕਬਰ ਦੀ ਵੀਡੀਓ ਦੇ ਵਿੱਚ ਕਵਰ ਕੀਤਾ ਸੀ ਕਿ ਸਲੀਮ ਨੇ ਜੀ ਉਸ ਦਾ ਕਤਲ ਕਰਵਾ ਦਿੱਤਾ ਸੀ। ਸਲੀਮ ਨੇ ਕਿਉਂ ਆਪਣੇ ਪਿਤਾ ਦੇ ਵਿਰੁੱਧ ਵਿਦਰੋਹ ਕੀਤਾ ਜੀ, ਕਿਉਂਕਿ ਉਸ ਦੀ ਉਮਰ ਜ਼ਿਆਦਾ ਹੋ ਰਹੀ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਇਹ ਉਸਦੇ ਸ਼ਾਸਕ ਬਣਨ ਦਾ ਟਾਈਮ ਆ, ਠੀਕ ਹੈ ਜੀ। ਇਸ ਲਈ ਉਸਨੇ ਅਕਬਰ ਦੇ ਵਿਰੁੱਧ ਵਿਦਰੋਹ ਤਾਂ ਕੀਤਾ ਸੀ ਪਰ ਉਹ ਅਸਫਲ ਰਿਹਾ ਸੀ। ਉਸ ਨੂੰ ਜੋ ਗੱਦੀ ਮਿਲੀ ਆ ਉਹ ਅਕਬਰ ਦੇ ਮਰਨ ਦੇ ਬਾਅਦ ਹੀ 1605 ਈਸਵੀ ਦੇ ਵਿੱਚ ਮਿਲੀ ਹੈ।
ਹੁਣ ਆਪਾਂ ਵੇਖਦੇ ਹਾਂ ਜੀ ਜਹਾਂਗੀਰ ਦੇ ਆਰੰਭਿਕ ਜੀਵਨ ਨੂੰ। ਉਸ ਤੋਂ ਪਹਿਲਾਂ ਜੀ ਕੁਝ ਸਟੂਡੈਂਟ ਨੂੰ ਪ੍ਰੋਬਲਮ ਆ ਰਹੀ ਹੈ ਜੀ ਕਿ ਮੈਂ ਬਹੁਤ ਤੇਜ਼ ਸਪੀਡ ਦੇ ਵਿੱਚ ਵੀਡੀਓ ਨੂੰ ਕਵਰ ਕਰ ਦਿੰਦਾ, ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦਾ, ਜਾਂ ਕਹਿ ਸਕਦੇ ਹਾਂ ਕਿ ਤੇਜ਼ ਬੋਲ ਕੇ ਵੀਡੀਓ ਨੂੰ ਕਵਰ ਕਰ ਦਿੰਦਾ। ਇਹ ਮੈਂ ਇਸ ਲਈ ਕਰਦਾ ਹਾਂ ਜੀ ਕਿਉਂਕਿ ਜੇਕਰ ਮੈਂ ਬਹੁਤ ਸਲੋ ਸਪੀਡ ਦੇ ਵਿੱਚ ਪੜ੍ਹਾਵਾਂਗਾ ਤਾਂ ਜੋ ਵੀਡੀਓ ਦਾ ਟਾਈਮ ਹੈ ਜੀ ਉਹ ਬਹੁਤ ਜ਼ਿਆਦਾ ਵੱਡਾ ਹੋ ਜਾਏਗਾ। ਵੀਡੀਓ ਦਾ ਜੋ ਡਿਊਰੇਸ਼ਨ ਆ ਉਹ ਜੇਕਰ 20 ਮਿੰਟ ਜਾਂ 25 ਮਿੰਟ ਦੀ ਵੀਡੀਓ ਬਣਦੀ ਹੈ ਤਾਂ ਉਹ 40-45 ਮਿੰਟ ਦੀ ਬਣ ਜਾਏਗੀ। ਇਸ ਲਈ ਜੀ ਮੈਂ ਵੀਡੀਓ ਨੂੰ ਥੋੜ੍ਹਾ ਜਿਹਾ ਤੇਜ਼ ਕਵਰ ਕਰਦਾ। ਇਸ ਦਾ ਸੋਲਿਊਸ਼ਨ ਕੀ ਹੈ ਜੀ ਕਿ YouTube ਦੇ ਵਿੱਚ ਇੱਕ ਆਪਸ਼ਨ ਆਉਂਦਾ ਉੱਪਰੋਂ ਸੈਟਿੰਗਸ 'ਚੋਂ, ਜਿੱਥੋਂ ਤੁਸੀਂ ਜੀ ਉਸਦੀ ਪਲੇਬੈਕ ਸਪੀਡ ਨੂੰ ਥੋੜ੍ਹੀ ਜਿਹੀ ਘਟਾ ਸਕਦੇ ਹੋ। ਜੇਕਰ ਤੁਸੀਂ ਪਲੇਬੈਕ ਸਪੀਡ ਨੂੰ ਘਟਾ ਲਓਗੇ ਜੀ ਤਾਂ ਆਟੋਮੈਟਿਕਲੀ ਜੋ ਤੁਹਾਨੂੰ ਵੀਡੀਓ ਉਹ ਥੋੜ੍ਹੀ ਜਿਹੀ ਸਲੋ ਚੱਲੇਗੀ ਅਤੇ ਵੀਡੀਓ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਜੀ ਉਸ ਨੂੰ ਦੇਖ ਸਕਦੇ ਹੋ। ਠੀਕ ਹੈ ਜੀ। ਅਤੇ ਜੇਕਰ ਮੈਂ ਵੀਡੀਓ ਬਹੁਤ ਡਿਟੇਲ ਦੇ ਵਿੱਚ ਜਾ ਕੇ ਜਾਂ ਸਲੋ ਪੜ੍ਹਾਉਣ ਲੱਗਿਆ ਤਾਂ ਵੀਡੀਓ ਬਹੁਤ ਵੱਡੀ ਹੋ ਜਾਏਗੀ ਅਤੇ ਉਹ ਤੁਹਾਡੇ ਵਾਸਤੇ ਬੋਰਿੰਗ ਹੋ ਜਾਏਗਾ। ਇਸ ਲਈ ਮੈਂ ਥੋੜ੍ਹਾ ਜਿਹਾ ਤੇਜ਼ ਕਰਨਾ ਜੀ। ਠੀਕ ਹੈ, ਕਿਉਂਕਿ ਇਸ ਦਾ ਸੋਲਿਊਸ਼ਨ ਹੈ ਤੁਹਾਡੇ ਕੋਲ, ਜੇਕਰ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹਾਂ। ਹੁਣ ਆਪਾਂ ਦੇਖਦੇ ਹਾਂ ਜੀ ਜਹਾਂਗੀਰ ਦੇ ਆਰੰਭਿਕ ਜੀਵਨ ਨੂੰ। ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਜੀ ਆਪਾਂ ਨਾਮ ਜਹਾਂਗੀਰ ਦਾ। ਜੋ ਜਹਾਂਗੀਰ ਦਾ ਨਾਮ ਹੈ ਜੀ, ਇਹ ਪੂਰਾ ਨਾਮ ਸੀ ਉਸਦਾ ਨੂਰਦੀਨ ਮੁਹੰਮਦ ਜਹਾਂਗੀਰ। ਠੀਕ ਹੈ ਜੀ, ਇਹ ਨਾਮ ਦੇ ਨਾਲ ਉਹ ਗੱਦੀ 'ਤੇ ਬੈਠਾ ਸੀ, ਨੂਰਦੀਨ ਮੁਹੰਮਦ ਜਹਾਂਗੀਰ। ਅਤੇ ਜੇਕਰ ਉਸ ਦੇ ਬਚਪਨ ਦਾ ਨਾਮ ਪੁੱਛਿਆ ਜਾਵੇ ਤਾਂ ਉਹ ਸੀ ਸਲੀਮ। ਹੁਣ ਆਪਾਂ ਦੇਖਦੇ ਹਾਂ ਜੀ ਜਹਾਂਗੀਰ ਦੇ ਜਨਮ ਮਿਤੀ, ਜੋ ਕਿ ਸੀ ਜੀ 31 ਅਗਸਤ 1569 ਈਸਵੀ। ਅਤੇ ਇਸ ਦਾ ਜਨਮ ਹੋਇਆ ਸੀ ਜੀ ਫਤਿਹਪੁਰ ਸਿਕਰੀ, ਜੋ ਕਿ ਹੈ ਜੀ ਆਗਰਾ ਜ਼ਿਲ੍ਹੇ ਦੇ ਵਿੱਚ, ਅਤੇ ਆਗਰਾ ਆਉਂਦਾ ਹੈ ਜੀ ਯੂਪੀ ਦੇ ਵਿੱਚ, ਯਾਨੀ ਕਿ ਉੱਤਰ ਪ੍ਰਦੇਸ਼ ਦੇ ਵਿੱਚ। ਜੋ ਜਹਾਂਗੀਰ ਦਾ ਪਿਤਾ ਸੀ ਜੀ, ਇਸ ਦਾ ਨਾਮ ਹੈ ਅਕਬਰ, ਜੋ ਆਪਾਂ ਨੂੰ ਪਤਾ ਹੀ ਹੈ ਜੀ। ਅਤੇ ਇਸ ਦੀ ਮਾਤਾ ਦਾ ਨਾਮ ਹੈ ਜੀ ਜੋਧਾ ਬਾਈ, ਜੋ ਜੋਧਾ ਅਕਬਰ, ਜਿਸ ਦੇ ਬਾਰੇ ਮੂਵੀ ਬਣੀ ਹੈ ਜੀ। ਠੀਕ ਹੈ, ਵੈਸੇ ਉਸ ਦਾ ਨਾਮ ਸੀ ਜੀ ਹਰਖਾ ਬਾਈ। ਜੋਧਾ ਬਾਈ ਦਾ ਅਸਲੀ ਨਾਮ ਸੀ ਹਰਖਾ ਬਾਈ। ਇਹ ਕਈ ਵਾਰ ਹਰਖਾ ਬਾਈ ਵੀ ਲਿਖਿਆ ਜਾਂਦਾ, ਇਸ ਲਈ ਤੁਸੀਂ ਦੋਨੇ ਨਾਮ ਯਾਦ ਰੱਖੋ। ਜੋ ਹਰਖਾ ਬਾਈ ਜਾਂ ਜੋਧਾ ਬਾਈ ਸੀ, ਇੱਕ ਰਾਜਪੂਤ ਇਸਤਰੀ ਸੀ। ਠੀਕ ਹੈ ਜੀ। ਹੁਣ ਆਪਾਂ ਦੇਖਦੇ ਹਾਂ ਕਿ ਜਹਾਂਗੀਰ ਸ਼ਾਸਕ ਕਦੋਂ ਬਣਿਆ, ਯਾਨੀ ਕਿ ਉਸ ਦਾ ਰਾਜ ਅਭਿਸ਼ੇਕ ਕਦੋਂ ਕੀਤਾ ਗਿਆ। ਅਤੇ ਇਹ ਕੀਤਾ ਗਿਆ ਸੀ 3 ਨਵੰਬਰ 1605 ਈਸਵੀ ਨੂੰ। ਨਵੰਬਰ ਦੇ ਵਿੱਚ ਹੀ ਅਕਬਰ ਦੀ ਮੌਤ ਹੋਈ ਹੈ ਜੀ, ਅਤੇ 3 ਨਵੰਬਰ 1605 ਈਸਵੀ ਦੇ ਵਿੱਚ ਜੋ ਜਹਾਂਗੀਰ ਹੈ ਇਸ ਨੂੰ ਸ਼ਾਸਕ ਬਣਾ ਦਿੱਤਾ ਜਾਂਦਾ, ਉਸ ਦਾ ਰਾਜ ਤਲਕ ਕੀਤਾ ਜਾਂਦਾ ਹੈ। ਜਹਾਂਗੀਰ ਦੇ ਸ਼ਾਸਕ ਬਣਨ ਤੋਂ ਬਾਅਦ ਜੀ ਉਸਨੇ ਇੱਕ ਮੁੱਖ ਕੰਮ ਕੀਤਾ ਸੀ ਕਿ ਉਸਨੇ ਜੀ ਅਨਾਰਕਲੀ, ਜਿਸ ਦੇ ਨਾਲ ਉਸਦਾ ਪ੍ਰੇਮ ਸੰਬੰਧ ਸੀ, ਉਸ ਦਾ ਜੀ ਇੱਕ ਮਕਬਰਾ ਬਣਵਾਇਆ ਸੀ, ਜੋ ਬਣਵਾਇਆ ਗਿਆ ਸੀ ਲਾਹੌਰ ਦੇ ਵਿੱਚ। ਇਸ ਲਈ ਜੀ ਇਸ ਨੂੰ ਮਕਬਰਾ ਲਾਹੌਰ ਕਿਹਾ ਜਾਂਦਾ ਹੈ। ਅਤੇ ਇਹ 1615 ਈਸਵੀ ਦੇ ਵਿੱਚ ਬਣਾਇਆ ਗਿਆ ਸੀ। ਇਹ ਜਦੋਂ ਅਨਾਰਕਲੀ ਦੀ ਮੌਤ ਹੋ ਜਾਂਦੀ ਹੈ ਜੀ, ਤੇ ਉਸ ਸਮੇਂ ਤੱਕ ਜੋ ਜਹਾਂਗੀਰ ਹੈ ਉਹ ਸ਼ਾਸਕ ਬਣ ਜਾਂਦਾ ਹੈ। ਅਤੇ ਉਸ ਸਮੇਂ ਜੀ ਇਹ 1615 ਈਸਵੀ ਦੇ ਵਿੱਚ ਇੱਕ ਇਹ ਮਕਬਰਾ ਲਾਹੌਰ ਦੇ ਵਿੱਚ ਬਣਵਾਉਂਦਾ ਹੈ। ਜੋ ਤੁਸੀਂ ਨਾਲ ਇਮੇਜ ਦੇਖ ਰਹੇ ਹੋ ਜੀ, ਇਹ ਅਨਾਰਕਲੀ ਦੀ ਇਮੇਜ ਹੈ। ਹੁਣ ਆਪਾਂ ਦੇਖ ਲੈਂਦੇ ਹਾਂ ਜੀ ਜਹਾਂਗੀਰ ਦੀਆਂ ਕੁਝ ਮੁੱਖ ਪਤਨੀਆਂ ਅਤੇ ਉਹਨਾਂ ਦੇ ਬੱਚੇ, ਜਿਨ੍ਹਾਂ ਦੇ ਬਾਰੇ ਆਪਣੇ ਤੋਂ ਕਈ ਵਾਰ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਮਾਨਬਾਈ, ਜਿਸ ਦਾ ਪੁੱਤਰ ਸੀ ਖੁਸਰੋ। ਇਹ ਖੁਸਰੋ ਨੇ ਜੀ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਸੀ ਜਹਾਂਗੀਰ ਦੇ ਖਿਲਾਫ, ਜਦੋਂ ਜਹਾਂਗੀਰ ਸ਼ਾਸਕ ਬਣਦਾ ਹੈ। ਦੂਸਰੇ ਆ ਜਾਂਦੀ ਹੈ ਜੀ ਜਗਤ ਗੋਸਾਈ, ਜਿਸ ਦੇ ਪੁੱਤਰ ਦਾ ਨਾਮ ਸੀ ਜੀ ਖੁਰਮ। ਇਹ ਖੁਰਮ ਦਾ ਨਾਮ ਬਾਅਦ ਦੇ ਵਿੱਚ ਜੀ ਸ਼ਾਹਜਹਾਂ ਪੈਂਦਾ ਹੈ, ਅਤੇ ਅਗਲਾ ਸ਼ਾਸਕ ਬਣੇਗਾ ਮੁਗਲ ਵੰਸ਼ ਦਾ। ਇਸ ਤੋਂ ਬਾਅਦ ਅਗਲੀ ਪਤਨੀ ਦਾ ਨਾਮ ਹੈ ਜੀ ਰੁਖਸਾਨਾ ਬਾਨੋ, ਅਤੇ ਉਸਦੇ ਪੁੱਤਰ ਦਾ ਨਾਮ ਸੀ ਜੀ ਸਹਿਰਯਾਰ। ਇਸ ਤੋਂ ਅਗਲੀ ਪਤਨੀ ਹੈ ਜੀ ਸਲਮਾ ਬਾਨੋ, ਜਿਸ ਦੇ ਪੁੱਤਰ ਦਾ ਨਾਮ ਸੀ ਜੀ ਪਰਵੇਜ਼। ਇਸ ਤੋਂ ਬਾਅਦ ਜੀ ਇੱਕ ਜੋ ਜਹਾਂਗੀਰ ਹੈ, ਇਸ ਨੇ ਇੱਕ ਵਿਧਵਾ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ਨੂੰ ਜੀ ਨੂਰ ਜਹਾਂ ਜਾਂ ਨੂਰ ਮਹਿਲ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਠੀਕ ਹੈ ਜੀ। ਉਸ ਦੀ ਇੱਕ ਪੁੱਤਰੀ ਸੀ ਜੋ ਪਹਿਲੇ ਵਿਆਹ ਤੋਂ ਸੀ, ਜਿਸ ਦਾ ਨਾਮ ਸੀ ਜੀ ਲਾਡਲੀ ਬੇਗਮ। ਆ ਜੋ ਤੁਸੀਂ ਨਾਲ ਇਮੇਜ ਦੇਖ ਰਹੇ ਹੋ ਜੀ, ਪਿਕਚਰ ਦੇਖ ਰਹੇ ਹੋ, ਇਹ ਨੂਰ ਜਹਾਂ ਜਾਂ ਨੂਰ ਮਹਿਲ ਦੀ ਫੋਟੋ ਹੈ ਜੀ। ਵੈਸੇ ਇਮੇਜਨਰੀ ਹੋ ਸਕਦੀ ਹੈ, ਇਸ ਦੇ ਬਾਰੇ ਨਾ ਕੋਈ ਕੋਟ ਕਰਿਓ ਜੀ ਕਿ ਅਸਲੀ ਇਮੇਜ ਨਹੀਂ ਜਾਂ ਕਿਸੇ ਹੋਰ ਰਾਣੀ ਦੀ ਆ ਗਈ ਹੈ। ਇਹ ਬਸ ਇੱਕ ਤੁਹਾਨੂੰ ਐਗਜ਼ਾਮਪਲ ਵਾਸਤੇ ਹੁੰਦੀ ਹੈ ਜੀ ਕਿ ਇਸ ਤਰ੍ਹਾਂ ਦੀ ਸੀ। ਠੀਕ ਹੈ ਜੀ। ਆਪਾਂ ਇੰਨੀ ਜ਼ਿਆਦਾ ਡਿਟੇਲ 'ਚ ਨਹੀਂ ਪੈਣਾ, ਆਪਾਂ ਆਪਣੇ ਪ੍ਰਸ਼ਨਾਂ ਤੱਕ ਮਤਲਬ ਰੱਖਣਾ ਹੈ। ਵੈਸੇ ਇੱਥੇ ਜੋ ਜੇਕਰ ਤੁਹਾਨੂੰ ਥੋੜ੍ਹੀ ਫਿਕਰ ਲੱਗ ਰਹੀ ਹੈ ਜੀ ਕਿ ਇਸਨੇ 5 ਵਿਆਹ ਕਰਵਾਏ ਸੀ, ਅਤੇ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤਾਂ ਵਿਚਾਰਾ ਇੱਕ ਪਤਨੀ ਇਹਦੇ ਨਾਲ ਰਹਿੰਦਾ ਹੋਊ, ਅਤੇ ਸੈਟਰਡੇ ਸੰਡੇ ਰੈਸਟ ਕਰਦਾ ਹੋਣਾ। ਅਤੇ ਜੀ ਇੱਥੇ ਇੱਕ ਹੋਰ ਹਾਸੀ ਵਾਲੀ ਗੱਲ ਆ ਜਾਂਦੀ ਹੈ ਕਿ ਜੋ ਜਹਾਂਗੀਰ ਆ, ਇਸ ਦੇ 20 ਤੋਂ ਵੱਧ ਵਿਆਹ ਸੀ। ਠੀਕ ਹੈ ਜੀ। ਇਹ ਜੋ ਰਾਜੇ ਹੁੰਦੇ ਸੀ, ਇਹਨਾਂ ਦੇ ਬਹੁਤ ਜ਼ਿਆਦਾ ਵਿਆਹ ਹੁੰਦੇ ਸੀ। ਇਹਨਾਂ ਦਾ ਆਪਣੇ ਵਾਲਾ ਹਾਲ ਨਹੀਂ ਹੁੰਦਾ ਕਿ ਜੋਬ ਲੱਗੂਗੀ ਤਾਂ ਵਿਆਹ ਹੋਊਗਾ, ਨਹੀਂ ਛੜੇ ਮਾਰੋ। ਇਹਨਾਂ ਦੇ 20-20 25-25 ਵਿਆਹ ਹੁੰਦੇ ਸੀ ਜੀ, ਨੋਰਮਲੀ ਹੁੰਦਾ ਸੀ ਇਹਨਾਂ ਲਈ ਕੰਮ। ਠੀਕ ਹੈ ਜੀ। ਪਰ ਜੋ ਮੁੱਖ ਆ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਨਾ ਹੈ, ਜਿਨ੍ਹਾਂ ਦੇ ਬਾਰੇ ਪ੍ਰਸ਼ਨ ਪੁੱਛੇ ਜਾ ਸਕਦੇ, ਆਪਾਂ ਉਹਨਾਂ ਦੇ ਬਾਰੇ ਹੀ ਪੜ੍ਹਾਂਗੇ। ਹੁਣ ਆਪਾਂ ਵੇਖਦੇ ਹਾਂ ਜੀ ਅਨਾਰਕਲੀ ਅਤੇ ਸਲੀਮ ਦੇ ਪ੍ਰੇਮ ਸੰਬੰਧ ਦੀ। ਜੋ ਸਲੀਮ ਆ ਜੀ, ਇਹ ਜਹਾਂਗੀਰ ਹੀ ਹੈ, ਇਸ ਦਾ ਪਹਿਲਾ ਨਾਮ ਸਲੀਮ ਸੀ, ਜਿੰਨਾ ਟਾਈਮ ਇਹ ਸ਼ਾਸਕ ਨਹੀਂ ਬਣਿਆ ਸੀ। ਠੀਕ ਹੈ ਜੀ। ਅਨਾਰਕਲੀ ਅਕਬਰ ਦੇ ਦਰਬਾਰ ਵਿੱਚ ਇੱਕ ਨ੍ਰਿਤਕੀ ਸੀ, ਅਤੇ ਸਲੀਮ ਦਾ ਜੀ ਉਸ ਦੇ ਨਾਲ ਅਟੈਚਮੈਂਟ ਹੋ ਗਿਆ, ਸਲੀਮ ਦਾ ਉਸ ਦੇ ਨਾਲ ਪ੍ਰੇਮ ਸੰਬੰਧ ਹੋ ਗਿਆ, ਜਿਸ ਕਾਰਨ ਅਕਬਰ ਅਤੇ ਸਲੀਮ ਦੇ ਵਿੱਚ ਮਤਭੇਦ ਸੀ। ਕਿਉਂਕਿ ਜੋ ਸਲੀਮ ਸੀ ਉਹ ਅਨਾਰਕਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਅਤੇ ਅਕਬਰ ਆ ਜੋ ਇਸ ਗੱਲ ਦੇ ਖਿਲਾਫ ਸੀ। ਸਲੀਮ ਦੀ ਉਸ ਵੇਲੇ ਉਮਰ ਵੀ ਘੱਟ ਸੀ ਜੀ, ਸਲੀਮ 13-14 ਸਾਲ ਦੀ ਸੀ, ਜਦੋਂ ਕਿ ਜੋ ਅਨਾਰਕਲੀ ਆ ਉਹ ਏਜ ਦੇ ਵਿੱਚ ਵੀ ਕਾਫੀ ਵੱਡੀ ਸੀ। ਠੀਕ ਹੈ ਜੀ। ਇਸ ਕਰਕੇ ਜੋ ਅਕਬਰ ਆ ਅਤੇ ਸਲੀਮ ਆ, ਇਹਨਾਂ ਦੇ ਵਿਚਕਾਰ ਜੋ ਮਤਭੇਦ ਆ ਉਹ ਹੋ ਗਏ, ਜਿਸ ਕਰਕੇ ਜੋ ਸਲੀਮ ਆ ਜੀ, ਇਸਨੇ ਆਪਣੇ ਪਿਤਾ ਅਕਬਰ ਦੇ ਖਿਲਾਫ ਵਿਦਰੋਹ ਵੀ ਕਰ ਦਿੱਤਾ ਸੀ। ਪਰ ਬਾਅਦ ਦੇ ਵਿੱਚ ਜੋ ਸਲੀਮ ਆ ਜੀ, ਸਲੀਮ ਦੀ ਸੈਨਾ ਹਾਰ ਜਾਂਦੀ ਹੈ, ਅਤੇ ਇਸ ਦੇ ਬਾਅਦ ਕੀ ਹੁੰਦਾ ਹੈ ਜੀ ਕਿ ਜੋ ਅਕਬਰ ਆ ਉਹ ਅਨਾਰਕਲੀ ਨੂੰ ਜਿੰਦਾ ਦੀਵਾਰ ਦੇ ਵਿੱਚ ਚਿਣਵਾ ਦਿੰਦਾ ਹੈ ਅਤੇ ਉਸ ਨੂੰ ਮਾਰ ਦਿੰਦਾ, ਜਿਸ ਦੇ ਨਾਲ ਜੀ ਇਹ ਸਾਰੀ ਜੋ ਸਟੋਰੀ ਆ ਉਹ
ਖਤਮ ਹੋ ਜਾਂਦੀ ਹੈ। ਵੈਸੇ ਇਸ ਨੂੰ ਜੀ ਕਾਲਪਨਿਕ ਵੀ ਮੰਨਿਆ ਜਾਂਦਾ ਵੀ ਸੇਮ ਇੱਦਾਂ ਘਟਨਾਵਾਂ ਹੋਈਆਂ ਸੀ ਜਾਂ ਇਸ ਦੇ ਵਿੱਚ ਆਪਣੇ ਵੱਲੋਂ ਕੁਝ ਗੱਲਾਂ ਜੋੜੀਆਂ ਗਈਆਂ। ਇਸ ਦੇ ਬਾਰੇ ਵੀ ਹਾਲੇ ਕੋਈ ਆਪਾਂ ਨੂੰ ਪ੍ਰੋਪਰ ਡਿਟੇਲ ਨਹੀਂ, ਬਸ ਇਹਨੂੰ ਵੈਸੇ ਤੁਸੀਂ ਇੱਕ ਯਾਦ ਰੱਖ ਲਓ ਵੀ ਇੱਦਾਂ ਦੀ ਕੋਈ ਘਟਨਾ ਹੋਈ ਸੀ। ਜ਼ਿਆਦਾ ਇਸ ਦੇ ਬਾਰੇ ਆਪਾਂ ਨੂੰ ਕੋਈ ਡਿਟੇਲ ਦੇ ਵਿੱਚ ਪ੍ਰਸ਼ਨ ਪੁੱਛੇ ਵੀ ਨਹੀਂ ਜਾਂਦੇ ਜੀ। ਜਦੋਂ ਸਲੀਮ ਜੀ ਜਹਾਂਗੀਰ ਦੇ ਰੂਪ ਵਿੱਚ ਆ ਜਾਂਦਾ ਹੈ, ਯਾਨੀ ਕਿ ਉਹ ਸ਼ਾਸਕ ਬਣ ਜਾਂਦਾ ਹੈ, ਤਾਂ ਉਸ ਤੋਂ ਬਾਅਦ ਕੀ ਸੀ ਜੀ ਕਿ ਉਸਨੇ ਅਨਾਰਕਲੀ ਦੀ ਯਾਦ ਦੇ ਵਿੱਚ ਅਨਾਰਕਲੀ ਦੀ ਮੌਤ ਤੋਂ ਬਾਅਦ ਲਾਹੌਰ ਦੇ ਵਿੱਚ ਇੱਕ ਮਕਬਰਾ ਬਣਵਾਇਆ ਸੀ, ਜਿਹੜਾ ਬਣਵਾਇਆ ਗਿਆ ਜੀ 1615 ਈਸਵੀ ਦੇ ਵਿੱਚ। ਇਹ ਕਈ ਵਾਰ ਇਹ ਪੁੱਛ ਲਿਆ ਜਾਂਦਾ ਹੈ ਕਿ ਮਕਬਰਾ ਅਨਾਰਕਲੀ ਦਾ ਕਿੱਥੇ ਬਣਵਾਇਆ, ਕਦੋਂ ਬਣਵਾਇਆ, ਅਤੇ ਇਹ ਤੁਸੀਂ ਥੋੜ੍ਹਾ ਜਿਹਾ ਯਾਦ ਰੱਖ ਲੈਣਾ। ਮੰਨਿਆ ਜਾਂਦਾ ਹੈ ਜੀ ਕਿ ਇਸ ਮਕਬਰੇ ਦੇ ਉੱਪਰ ਜਹਾਂਗੀਰ ਨੇ ਇੱਕ ਗੱਲ ਲਿਖਵਾਈ ਹੈ। ਉਸ ਦੇ ਵਿੱਚ ਲਿਖਿਆ ਗਿਆ ਜੀ, ਇੱਕ ਲਾਈਨ ਲਿਖਵਾਈ ਹੈ ਜਿੱਥੇ ਲਿਖਿਆ ਗਿਆ ਕਿ ਜੇਕਰ ਉਸ ਨੂੰ ਅਨਾਰਕਲੀ ਨੂੰ ਲਾਸਟ ਵਾਰ ਵੇਖਣ ਦਾ ਮੌਕਾ ਮਿਲ ਜਾਂਦਾ ਤਾਂ ਉਹ ਅੱਲਾ ਦਾ ਜੀ ਕਿਆਮਤ ਦੇ ਦਿਨ ਤੱਕ ਸ਼ੁਕਰੀਆ ਅਦਾ ਕਰਦਾ। ਠੀਕ ਹੈ ਜੀ, ਇਹ ਕੀ ਆ ਲਾਈਨ, ਮਤਲਬ ਸਮਝ ਲਓ। ਯਾਨੀ ਕਿ ਉਸ ਦੀ ਆਖਰੀ ਇੱਛਾ ਸੀ ਕਿ ਉਹ ਇੱਕ ਵਾਰੀ ਸਿਰਫ ਅਨਾਰਕਲੀ ਨੂੰ ਵੇਖ ਲੈਂਦਾ। ਜਹਾਂਗੀਰ ਦੀ ਆਖਰੀ ਇੱਛਾ ਸੀ ਕਿ ਉਹ ਇੱਕ ਵਾਰੀ ਅਨਾਰਕਲੀ ਨੂੰ ਦੇਖ ਲੈਂਦਾ ਜੀ ਲਾਸਟ ਵਾਰ, ਤਾਂ ਉਸਨੇ ਜੀ ਜਦੋਂ ਤੱਕ ਇਹ ਦੁਨੀਆ ਰਹਿਣੀ ਸੀ, ਯਾਨੀ ਕਿ ਕਿਆਮਤ ਦਾ ਦਿਨ ਨਹੀਂ ਆਉਣਾ ਸੀ, ਉਦੋਂ ਤੱਕ ਉਹ ਜੋ ਰੱਬ ਆ ਉਸ ਦਾ ਜੀ ਉਸਨੇ ਸ਼ੁਕਰੀਆ ਕਰਨਾ ਸੀ ਕਿ ਉਸ ਨੂੰ ਲਾਸਟ ਵਾਰ ਅਨਾਰਕਲੀ ਨੂੰ ਵੇਖਣ ਦਾ ਮੌਕਾ ਮਿਲਿਆ। ਇਸੇ ਗੱਲ ਤੋਂ ਹੀ ਜ਼ਿਆਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਜੀ ਕਿ ਜੋ ਸਲੀਮ ਆ, ਯਾਨੀ ਜੀ ਜੋ ਜਹਾਂਗੀਰ ਆ, ਉਹ ਅਨਾਰਕਲੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ। ਪਰ ਬਾਕੀ ਤਾਂ ਇਹਨਾਂ ਦੇ ਪ੍ਰੇਮ ਦਾ ਜੀ ਪਤਾ ਹੀ ਹੈ ਰਾਜਿਆਂ ਦਾ। ਇਸ ਤੋਂ ਬਾਅਦ ਵੀ ਇਹਨੇ 20 ਵਿਆਹ ਕਰਾ ਲਏ, ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਪ੍ਰੇਮ ਕਿੰਨਾ ਕੁ ਹੋਣਾ ਜੀ। ਠੀਕ ਹੈ, ਕਿਉਂਕਿ ਇਹਦੇ ਵਿੱਚ ਤੁਸੀਂ ਜ਼ਿਆਦਾ ਡੀਪ ਨਹੀਂ ਵੜਨਾ, ਕੋਈ ਜ਼ਿਆਦਾ ਲਵ ਸਟੈਪ ਨੂੰ ਇੱਥੇ ਐਡ ਕਰਨ ਦੀ ਲੋੜ ਨਹੀਂ ਹੈ। ਬਸ ਇਹਨੂੰ ਸਟੋਰੀ ਵਾਂਗੂ ਸਮਝੋ, ਜੋ ਆਪਣੇ ਪ੍ਰਸ਼ਨ ਆ ਜੀ ਉਸ ਤੱਕ ਮਤਲਬ ਰੱਖੋ। ਬਾਕੀ ਪਿਆਰ ਪਿਊਰ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ। ਇਹ ਪੁਰਾਣੇ ਜ਼ਮਾਨੇ 'ਚ ਵੀ ਟਾਈਮ ਪਾਸ ਹੀ ਸੀ ਅਤੇ ਅੱਜ ਵੀ ਟਾਈਮ ਪਾਸ ਹੀ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਖੁਸਰੋ ਦਾ ਵਿਦਰੋਹ। ਜੋ ਖੁਸਰੋ ਹੈ ਜੀ, ਇਹ ਜਹਾਂਗੀਰ ਦਾ ਪੁੱਤਰ ਸੀ। ਜਹਾਂਗੀਰ ਜਦੋਂ 1605 ਈਸਵੀ ਦੇ ਵਿੱਚ ਸ਼ਾਸਕ ਬਣਦਾ ਹੈ ਜੀ, ਤਾਂ ਉਸ ਸਮੇਂ ਜੋ ਖੁਸਰੋ ਹੈ ਜੀ ਉਸਦਾ ਪੁੱਤਰ, ਉਸ ਦੀ ਉਮਰ ਹੁੰਦੀ ਹੈ 22-23 ਸਾਲ ਦੀ। ਠੀਕ ਹੈ ਜੀ, ਲਗਭਗ 23-22 ਦਾ ਹੁੰਦਾ ਹੋਏ। ਉਸਨੇ ਸੋਚਿਆ ਕਿ, ਯਾਨੀ ਕਿ ਖੁਸਰੋ ਨੂੰ ਸੋਚਦਾ ਹੈਗੀ ਕਿ ਜਹਾਂਗੀਰ ਜੋ ਕਿ ਉਸਦਾ ਪਿਤਾ ਹੁਣ ਸ਼ਾਸਕ ਬਣਿਆ 1605 ਈਸਵੀ ਵਿੱਚ, ਜੇਕਰ ਉਸਨੇ ਜੀ 20 ਸਾਲ ਵੀ ਰਾਜ ਕਰ ਲਿਆ ਤਾਂ ਉਸ ਸਮੇਂ ਤੱਕ ਜੋ ਖੁਸਰੋ ਦੀ ਉਮਰ ਹੋਏਗੀ ਉਹ 40 ਸਾਲ ਤੋਂ ਵੱਧ ਹੋ ਜਾਏਗੀ, ਜਿਸ ਕਰਕੇ ਜੀ ਸ਼ਾਇਦ ਹੀ ਉਸ ਨੂੰ ਜੋ ਰਾਜਾ ਬਣਨ ਦਾ ਮੌਕਾ ਮਿਲੇਗਾ। ਇਸ ਲਈ ਜੋ ਖੁਸਰੋ ਆ ਜੀ ਉਹ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੰਦਾ। ਉਸ ਸਮੇਂ ਕੀ ਹੁੰਦਾ ਸੀ ਜੀ ਕਿ 13-14 ਸਾਲ ਤੱਕ ਜੋ ਰਾਜੇ ਹੁੰਦੇ ਸੀ ਜਾਂ ਜੋ ਵਿਅਕਤੀ ਹੁੰਦੇ ਸੀ, ਉਹ ਆਪਣੀ ਜੋ ਵੀ ਉਹਨਾਂ ਨੇ ਪੜ੍ਹਾਈ ਕਰਨੀ ਹੁੰਦੀ ਸੀ, ਜੋ ਸੈਨਿਕ ਸਿੱਖਿਆ ਲੈਣੀ ਹੁੰਦੀ ਸੀ, ਉਹ ਸਭ ਕੁਝ ਉਹ ਆਪਣਾ ਕੰਪਲੀਟ ਕਰ ਲੈਂਦੇ ਸੀ। ਅਤੇ 17-18 ਸਾਲ ਦੀ ਉਮਰ ਤੱਕ, ਜਦੋਂ ਤੱਕ ਉਹ ਅਡਲਟ ਹੁੰਦੇ ਸੀ, ਉਦੋਂ ਤੱਕ ਉਹ ਰਾਜਾ ਬਣਨ ਦੇ ਕਾਬਲ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਸੀ। ਪਰ ਇੱਥੇ ਕਿਸੇ ਇਹੋ ਜਿਹਾ ਸੀਨ ਹੋ ਰਿਹਾ ਸੀ ਕਿ ਖੁਸਰੋ ਨੂੰ ਲਗਭਗ 40 ਸਾਲ ਤੋਂ ਬਾਅਦ ਸ਼ਾਸਕ ਬਣਨ ਦਾ ਮੌਕਾ ਮਿਲਣਾ ਸੀ। ਇਸ ਕਰਕੇ ਓਬਵੀਅਸ ਜੀ ਗੱਲ ਸੀ ਕਿ ਉਸਨੇ ਆਪਣੇ ਪਿਤਾ ਦੇ ਖਿਲਾਫ ਗੱਦੀ ਦੇ ਲਈ ਵਿਦਰੋਹ ਕਰਨਾ ਹੀ ਸੀ। ਇਸ ਦੇ ਪਿੱਛੇ ਜੇ ਇੱਕ ਹੋਰ ਕਾਰਨ ਵੀ ਮੰਨਿਆ ਜਾਂਦਾ ਹੈ। ਇਸ ਵਿਦਰੋਹ ਦਾ ਜੋ ਦੂਸਰਾ ਕਾਰਨ ਉਹ ਹੈ ਜੀ ਕਿ ਜੋ ਖੁਸਰੋ ਦੀ ਮਾਂ ਸੀ, ਜਿਸ ਦਾ ਨਾਮ ਸੀ ਜੀ ਮਾਨਬਾਈ, ਉਹ ਜਹਾਂਗੀਰ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਗਈ ਸੀ। ਠੀਕ ਹੈ ਜੀ, ਉਹ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਜਹਾਂਗੀਰ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਅਤੇ ਬਹੁਤ ਜ਼ਿਆਦਾ ਅਫੀਮ ਖਾਂਦਾ ਸੀ। ਅਜਿਹੀ ਆਦਤ ਤੋਂ ਤੰਗ ਆ ਕਿ ਜੋ ਮਾਨਬਾਈ ਸੀ, ਜੋ ਖੁਸਰੋ ਦੀ ਮਾਂ ਸੀ, ਉਹ ਆਤਮ ਹੱਤਿਆ ਕਰ ਲੈਂਦੀ ਹੈ, ਜਿਸ ਕਰਕੇ ਖੁਸਰੋ ਜਹਾਂਗੀਰ ਨਾਲ ਨਫ਼ਰਤ ਕਰਦਾ ਸੀ, ਕਿਉਂਕਿ ਖੁਸਰੋ ਜਹਾਂਗੀਰ ਨੂੰ ਆਪਣੀ ਮਾਂ ਦੀ ਹੱਤਿਆ ਦਾ ਜ਼ਿੰਮੇਵਾਰ ਸਮਝਦਾ ਸੀ। ਇੱਥੇ ਠੀਕ ਹੈ ਜੀ, ਇਹ ਦੋਨੋਂ ਰੀਜ਼ਨ ਆਪਾਂ ਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਘਟਨਾਵਾਂ ਨੂੰ ਹੁਣ ਦੇਖ ਲੈਂਦੇ ਹਾਂ ਕਿ ਕੀ ਹੁੰਦੀਆਂ ਜੀ। 1606 ਈਸਵੀ ਦੇ ਵਿੱਚ ਜੋ ਖੁਸਰੋ ਹੈ ਜੀ, ਇਸ ਨੇ ਵਿਦਰੋਹ ਕੀਤਾ ਸੀ। 1605 ਈਸਵੀ ਦੇ ਵਿੱਚ ਜਹਾਂਗੀਰ ਸ਼ਾਸਕ ਬਣਿਆ ਅਤੇ ਨੈਕਸਟ ਈਅਰ ਹੀ ਜੋ ਖੁਸਰੋ ਹੈ ਜੀ ਉਸ ਦੇ ਦੁਆਰਾ ਵਿਦਰੋਹ ਕਰ ਦਿੱਤਾ ਜਾਂਦਾ। ਪਰ ਇੱਥੇ ਕੀ ਹੁੰਦਾ ਹੈ ਜੀ ਕਿ ਜੋ ਖੁਸਰੋ ਹੁੰਦਾ ਹੈ ਉਹ ਅਸਫਲ ਹੋ ਜਾਂਦਾ ਹੈ ਅਤੇ ਜਹਾਂਗੀਰ ਜੀ ਖੁਸਰੋ ਨੂੰ ਫੜ ਕੇ ਬੰਦੀ ਬਣਵਾ ਲੈਂਦਾ ਹੈ। ਉਸ ਤੋਂ ਪਹਿਲਾਂ ਕੀ ਕਰਦਾ ਹੈ ਜੀ ਕਿ ਉਹ ਖੁਸਰੋ ਨੂੰ ਅੰਨਾ ਕਰ ਦਿੰਦਾ ਹੈ ਤਾਂ ਕਿ ਉਹ ਨੈਕਸਟ ਟਾਈਮ ਤੋਂ ਕਦੇ ਵੀ ਵਿਦਰੋਹ ਨਾ ਕਰ ਸਕੇ, ਅਤੇ ਉਸ ਨੂੰ ਅੰਨਾ ਕਰਕੇ ਜੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਖੁਸਰੋ ਲੰਮੇ ਸਮੇਂ ਦੇ ਲਈ ਅੰਨਾ ਉੱਦਾਂ ਹੀ ਜੇਲ੍ਹ ਦੇ ਵਿੱਚ ਬੰਦ ਰਹਿੰਦਾ ਹੈ, ਜਿੱਥੇ ਕੀ ਹੁੰਦਾ ਹੈ ਜੀ ਕਿ 1621 ਈਸਵੀ ਦੇ ਵਿੱਚ ਜੋ ਜਹਾਂਗੀਰ ਦਾ ਦੂਸਰਾ ਪੁੱਤਰ ਹੈ, ਜਿਸ ਦਾ ਨਾਮ ਹੈ ਜੀ ਖੁਰਮ, ਜੋ ਅੱਗੇ ਜਾ ਕੇ ਸ਼ਾਹਜਹਾਂ ਬਣਦਾ ਹੈ, ਨੈਕਸਟ ਸ਼ਾਸਕ ਬਣੇਗਾ, ਉਹ ਖੁਰਮ ਜੀ ਹੱਤਿਆ ਕਰਵਾ ਦਿੰਦਾ ਹੈ ਖੁਸਰੋ ਦੀ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਸਮੇਂ ਹੀ। ਠੀਕ ਹੈ ਜੀ, ਜੇਲ੍ਹ ਦੇ ਵਿੱਚ ਜਦੋਂ ਬੰਦ ਹੁੰਦਾ ਹੈ ਖੁਸਰੋ, ਉੱਥੇ ਹੀ ਉਸ ਦੀ ਹੱਤਿਆ ਕਰਵਾ ਦਿੱਤੀ ਜਾਂਦੀ ਹੈ ਜਹਾਂਗੀਰ ਦੇ ਦੂਸਰੇ ਪੁੱਤਰ, ਜਿਸ ਦਾ ਨਾਮ ਸੀ ਜੀ ਖੁਰਮ, ਉਸ ਦੇ ਦੁਆਰਾ। ਇਹਨਾਂ ਘਟਨਾਵਾਂ ਤੋਂ ਆਪਾਂ ਨੂੰ ਇਹ ਵੀ ਵੇਖਣ ਨੂੰ ਮਿਲਦਾ ਹੈ ਜੀ ਕਿ ਜੋ ਇਹ ਸ਼ਾਸਕ ਹੁੰਦੇ ਸੀ, ਜੋ ਰਾਜੇ ਹੁੰਦੇ ਸੀ, ਇਹਨਾਂ ਦੀ ਲਾਈਫ ਵੀ ਕੋਈ ਬਹੁਤੀ ਸੌਖੀ ਨਹੀਂ ਹੁੰਦੀ ਸੀ, ਬਹੁਤੀ ਵਧੀਆ ਲਾਈਫ ਇਹਨਾਂ ਦੀ ਨਹੀਂ ਹੁੰਦੀ ਸੀ। ਜੋ ਪਿਤਾ ਹੁੰਦਾ ਸੀ ਉਸ ਨੂੰ ਆਪਣੇ ਪੁੱਤਰ ਤੋਂ ਹੀ ਖਤਰਾ ਹੁੰਦਾ ਸੀ, ਜੋ ਪੁੱਤਰ ਹੁੰਦਾ ਸੀ ਜੀ ਉਸ ਨੂੰ ਆਪਣੇ ਪਿਤਾ ਤੋਂ ਹੀ ਖਤਰਾ ਹੁੰਦਾ ਸੀ, ਕਿਉਂਕਿ ਸਾਰੇ ਇੱਕ ਦੂਜੇ ਦੀ ਗੱਦੀ ਪਿੱਛੇ ਹੱਤਿਆ ਕਰਨ ਦੇ ਲਈ ਤਿਆਰ ਰਹਿੰਦੇ ਸੀ। ਠੀਕ ਹੈ ਜੀ, ਇੱਦਾਂ ਦੀਆਂ ਘਟਨਾਵਾਂ ਉਸ ਸਮੇਂ ਹੁੰਦੀਆਂ ਸੀ। ਅੱਜ ਕੱਲ੍ਹ ਵੀ ਕੁਝ ਅਜਿਹੀਆਂ ਘਟਨਾਵਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜੀ, ਜਿਵੇਂ ਕਿਸੇ ਦਾ ਜ਼ਮੀਨ ਦਾ ਰੌਲਾ ਜੀ ਉਸ ਦੇ ਪਿੱਛੇ ਹੋ ਜਾਂਦਾ, ਕਿਸੇ ਦਾ ਕੋਈ ਘਰ-ਬਾਰ ਦਾ ਰੌਲਾ, ਕੋਈ ਜਾਇਦਾਦ ਦਾ ਰੌਲਾ, ਤਾਂ ਉਸ ਦੇ ਪਿੱਛੇ ਵੀ ਪਿਓ ਪੁੱਤਰ ਜਾਂ ਦੋ ਭਰਾ ਜੀ ਉਹਨਾਂ ਦੇ ਆਪਸ ਦੇ ਵਿੱਚ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ। ਸਮਾਂ ਬਦਲਦਾ ਜੀ, ਪਰ ਜੋ ਇਨਸਾਨ ਦੀ ਫਿਤਰਤ ਆ ਉਹ ਲਗਭਗ ਉੱਦਾਂ ਦੀ ਹੀ ਰਹਿੰਦੀ ਆ, ਉਹ ਸਮੇਂ-ਸਮੇਂ 'ਤੇ ਆਪਣੇ ਜੋ ਰੰਗ ਆ ਉਹ ਦਿਖਾਉਂਦੇ ਰਹਿੰਦੇ ਆ। ਠੀਕ ਹੈ ਜੀ, ਇੱਦਾਂ ਦੀਆਂ ਚੀਜ਼ਾਂ ਅੱਜ ਦੇ ਜੀਵਨ ਦੇ ਵਿੱਚ ਵੀ ਹੁੰਦੀਆਂ ਨੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਜੀ ਚੱਲਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ, ਬਾਅਦ ਦੇ ਵਿੱਚ ਤੁਸੀਂ ਭੁੱਲ ਜਾਂਦੇ ਹੋ।
ਖੁਸਰੋ ਦੇ ਵਿਦਰੋਹ ਤੋਂ ਬਾਅਦ ਹੁਣ ਜੋ ਆਪਾਂ ਘਟਨਾ ਪੜ੍ਹਨ ਜਾ ਰਹੇ ਹਾਂ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਇਹ ਸਿੱਖ ਧਰਮ ਦੇ ਵਿੱਚ ਜੀ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜੀ ਇੱਥੇ ਸ਼ਹੀਦ ਕੀਤਾ ਗਿਆ ਸੀ, ਜੋ ਕਿ ਸਿੱਖ ਧਰਮ ਦੇ ਜੀ ਪਹਿਲੇ ਸ਼ਹੀਦ ਹੋਏ ਨੇ। ਠੀਕ ਹੈ ਜੀ, ਇਸ ਦੇ ਵਿੱਚ ਕੀ ਘਟਨਾ ਹੋਈ ਆ, ਕਿਉਂ ਇਹ ਸ਼ਹੀਦੀ ਹੋਈ ਹੈ ਜੀ, ਕਿਵੇਂ ਇਹਦੀਆਂ ਘਟਨਾਵਾਂ ਹੋਈਆਂ, ਇਹ ਸਭ ਕੁਝ ਨੂੰ ਜੀ ਹੁਣ ਆਪਾਂ ਡਿਟੇਲ ਦੇ ਨਾਲ ਪੜ੍ਹਦੇ ਹਾਂ। ਜਦੋਂ ਖੁਸਰੋ ਨੇ ਜੀ ਜਹਾਂਗੀਰ ਦੇ ਵਿਰੁੱਧ ਵਿਦਰੋਹ ਕੀਤਾ ਸੀ, ਤਾਂ ਉਸ ਸਮੇਂ ਜੋ ਖੁਸਰੋ ਸੀ ਜੋ ਭੱਜ ਕੇ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਚਲਾ ਗਿਆ ਸੀ। ਠੀਕ ਹੈ ਜੀ, ਜਿੱਥੇ ਕੀ ਹੋਇਆ ਕਿ ਜਦੋਂ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਜੀ ਖੁਸਰੋ ਨੂੰ ਆਸ਼ੀਰਵਾਦ ਦਿੱਤਾ, ਜੋ ਕਿ ਇੱਕ ਆਮ ਘਟਨਾ ਸੀ, ਕਿਉਂਕਿ ਕੋਈ ਵੀ ਜੇਕਰ ਗੁਰੂ ਜੀ ਨੂੰ ਉਸ ਸਮੇਂ ਮਿਲਦਾ ਸੀ ਤਾਂ ਉਹਨਾਂ ਨੇ ਜੀ ਸਭ ਨੂੰ ਆਸ਼ੀਰਵਾਦ ਤਾਂ ਦੇਣਾ ਹੀ ਹੁੰਦਾ ਸੀ, ਕਿਉਂਕਿ ਚਾਹੇ ਉਹਨਾਂ ਦੇ ਸਾਹਮਣੇ ਕੋਈ ਰਾਜਾ ਆਵੇ ਜਾਂ ਕੋਈ ਆਮ ਵਿਅਕਤੀ ਆਵੇ, ਇਹ ਤਾਂ ਸਭ ਦੇ ਲਈ ਨੋਰਮਲ ਗੱਲ ਸੀ। ਠੀਕ ਹੈ ਜੀ, ਪਰ ਇੱਥੇ ਕੀ ਹੁੰਦਾ ਹੈ, ਜੋ ਜਹਾਂਗੀਰ ਦੇ ਦਰਬਾਰੀ ਹੁੰਦੇ ਆ ਜੀ, ਉਹ ਇਸੇ ਗੱਲ ਨੂੰ ਜਹਾਂਗੀਰ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੇ ਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਸਹਾਇਤਾ ਕੀਤੀ ਹੋਵੇ ਇਸ ਵਿਦਰੋਹ ਦੇ ਵਿੱਚ। ਠੀਕ ਹੈ ਜੀ, ਜਿਸ ਕਾਰਨ ਕੀ ਹੁੰਦਾ ਕਿ ਜੋ ਜਹਾਂਗੀਰ ਆ ਉਹ ਗੁਰੂ ਜੀ ਦੇ ਪ੍ਰਤੀ ਨਫ਼ਰਤ ਰੱਖਣ ਲੱਗ ਜਾਂਦਾ, ਜਿਸ ਨਾਲ ਕੀ ਹੁੰਦਾ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਂਦਾ, ਅਤੇ ਬਾਅਦ ਦੇ ਵਿੱਚ ਜੀ ਇਹਨਾਂ ਦੇ ਵਿੱਚ ਕੁਝ ਬਹਿਸਬਾਜ਼ੀ ਹੁੰਦੀ ਹੈ, ਜਹਾਂਗੀਰ ਦੇ ਕੁਝ ਮਤ ਨਹੀਂ ਰਲਦੇ ਗੁਰੂ ਨਾਲ, ਜਿਸ ਨਾਲ ਕੀ ਹੁੰਦਾ ਹੈ ਜੀ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਹੁਕਮ ਦੇ ਦਿੰਦਾ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਰੇਤ ਪਾਈ ਜਾਂਦੀ ਹੈ, ਗਰਮ ਰੇਤ ਪਾਈ ਜਾਂਦੀ ਹੈ, ਗਰਮ ਪਾਣੀ ਦੀ ਦੇਗ ਦੇ ਵਿੱਚ ਉਬਾਲੇ ਦਿੱਤੇ ਜਾਂਦੇ, ਇਸ ਤਰ੍ਹਾਂ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਆ ਜੋ ਅਮਾਨਵੀ ਹੁੰਦੇ ਆ ਜੀ, ਜਿਸ ਦੇ ਕਾਰਨ ਕੀ ਹੁੰਦਾ ਹੈ ਜੀ 16 ਮਈ 1606 ਈਸਵੀ ਨੂੰ ਜੋ ਗੁਰੂ ਸਾਹਿਬ ਆ ਜੀ ਉਹ ਸ਼ਹੀਦ ਹੋ ਜਾਂਦੇ ਨੇ। ਇਸ ਤਰ੍ਹਾਂ ਜੋ ਸਿੱਖ ਧਰਮ ਦੇ ਵਿੱਚ ਇਹ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਹੋਏ ਆ ਜੀ, ਉਹਨਾਂ ਦੀ ਇਹ ਸਾਰੀ ਸ਼ਹੀਦੀ ਹੁੰਦੀ ਹੈ। ਹੁਣ ਆਪਾਂ ਵੇਖਦੇ ਹਾਂ ਜੀ ਕਿ ਜਹਾਂਗੀਰ ਨੇ ਆਪਣੇ ਸਾਮਰਾਜ ਦੇ ਵਿੱਚ ਵਾਧਾ ਕਿਸ ਤਰ੍ਹਾਂ ਕੀਤਾ। ਲਾਸਟ ਵੀਡੀਓ ਜੋ ਆਪਾਂ ਅਕਬਰ ਦੀ ਪੜ੍ਹੀ ਸੀ, ਉਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਅਕਬਰ ਨੇ ਜੀ ਜੋ ਭਾਰਤ ਦਾ ਉਸ ਦਾ ਬਹੁਤ ਵੱਡਾ ਖੇਤਰ ਜਿੱਤ ਲਿਆ ਸੀ। ਬਹੁਤ ਘੱਟ ਖੇਤਰ ਹੀ ਸੀ, ਜਿਵੇਂ ਕਿ ਦੱਖਣੀ ਭਾਰਤ ਦਾ ਖੇਤਰ ਜੀ, ਉਸ ਦੇ ਵਿੱਚ ਜੋ ਇਹ ਕਹਿੰਦੇ ਆ ਵੀ ਅਕਬਰ ਦਾ ਰਾਜ ਸਥਾਪਿਤ ਨਹੀਂ ਹੋਇਆ ਸੀ, ਜਾਂ ਮੈਵਾੜ ਦਾ ਖੇਤਰ ਸੀ ਜਿੱਥੇ ਅਕਬਰ ਦਾ ਰਾਜ ਪ੍ਰੋਪਰ ਤੌਰ 'ਤੇ ਸਥਾਪਿਤ ਨਹੀਂ ਹੋਇਆ ਸੀ। ਅਜਿਹੇ ਹੀ ਖੇਤਰ ਨੂੰ ਜੀ ਹੁਣ ਜਿੱਤਣ ਦੀ ਵਾਰੀ ਸੀ ਜਹਾਂਗੀਰ ਦੀ। ਜਹਾਂਗੀਰ ਕੀ ਕਰਦਾ ਜੀ ਕਿ ਦੱਖਣੀ ਭਾਰਤ ਦੇ ਖੇਤਰ ਜਿਹੜਾ ਸੀ ਜੀ ਅਹਿਮਦਨਗਰ, ਉੱਥੇ ਦੇ ਵਜ਼ੀਰ ਮਲਿਕ ਅੰਬਰ ਨੂੰ ਹਰਾਉਣ ਦੇ ਲਈ ਆਪਣੇ ਜਹਾਂਗੀਰ ਆਪਣੇ ਪੁੱਤਰ ਖੁਰਮ ਦੇ ਅਧੀਨ ਜੀ ਇੱਕ ਸੈਨਾ ਭੇਜਦਾ। ਠੀਕ ਹੈ ਜੀ, ਖੁਰਮ ਕੀ ਕਰਦਾ ਹੈ, ਖੁਰਮ ਜਾਂਦਾ ਉੱਥੇ ਅਤੇ ਉਹ ਇਸ ਮਲਿਕ ਅੰਬਰ ਨੂੰ ਜੀ ਹਰਾ ਦਿੰਦਾ, ਜਿਸ ਦੇ ਨਾਲ ਕੀ ਹੁੰਦਾ ਕਿ ਦੱਖਣੀ ਭਾਰਤ ਦੇ ਵਿੱਚ ਵੀ ਹੁਣ ਮੁਗਲ ਰਾਜ ਸਥਾਪਿਤ ਹੋ ਜਾਂਦਾ ਹੈ ਜੀ। ਇਸ ਘਟਨਾ ਤੋਂ ਖੁਸ਼ ਹੋ ਕੇ ਜੋ ਜਹਾਂਗੀਰ ਹੈ ਜੀ ਉਹ ਆਪਣੇ ਪੁੱਤਰ ਖੁਰਮ ਨੂੰ ਇੱਕ ਉਪਾਧੀ ਦਿੰਦਾ, ਜਿਹੜੀ ਕੀ ਸੀ ਜੀ ਸ਼ਾਹਜਹਾਂ ਦੀ ਉਪਾਧੀ। ਇਸ ਤੋਂ ਬਾਅਦ ਹੀ ਖੁਰਮ ਦਾ ਨਾਮ ਜੀ ਸ਼ਾਹਜਹਾਂ ਪਿਆ ਸੀ। ਕਈ ਵਾਰ ਇਹ ਇੱਦਾਂ ਵੀ ਲਿਖਿਆ ਜਾਂਦਾ ਹੈ ਕਿ ਜਦੋਂ ਖੁਰਮ ਸ਼ਾਸਕ ਬਣਿਆ ਉਦੋਂ ਸ਼ਾਹਜਹਾਂ ਬਣਿਆ, ਪਰ ਇਹ ਉਸ ਤੋਂ ਪਹਿਲਾਂ ਹੀ ਉਸ ਨੂੰ ਜੀ ਸ਼ਾਹਜਹਾਂ ਦੀ ਉਪਾਧੀ ਮਿਲ ਗਈ ਸੀ। ਜੇਕਰ ਇਹ ਕਈ ਵਾਰ ਪ੍ਰਸ਼ਨ ਆ ਜਾਵੇ ਇਨ ਕੇਸ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਹਾਂਗੀਰ ਨੇ ਖੁਰਮ ਨੂੰ ਉਪਾਧੀ ਦਿੱਤੀ ਸੀ ਸ਼ਾਹਜਹਾਂ ਦੀ, ਇਸ ਕਰਕੇ ਉਸ ਦਾ ਨਾਮ ਸ਼ਾਹਜਹਾਂ ਪਿਆ। ਇਹ ਤਾਂ ਹੋ ਗਿਆ ਜੀ ਕਿ ਦੱਖਣੀ ਭਾਰਤ ਦੇ ਵਿੱਚ ਜਹਾਂਗੀਰ ਦਾ ਸਾਮਰਾਜ ਕਿਸ ਤਰ੍ਹਾਂ ਸਥਾਪਿਤ ਹੋਇਆ। ਹੁਣ ਆਪਾਂ ਵੇਖਦੇ ਹਾਂ ਜੀ ਜਹਾਂਗੀਰ ਦੇ ਦੁਆਰਾ ਮੈਵਾੜ 'ਤੇ ਜਿੱਤ। ਇਹ ਉਹੀ ਮੈਵਾੜ ਆ ਜੀ ਜਿਸ ਨੂੰ ਜਿੱਤਣ ਦੀ ਕੋਸ਼ਿਸ਼ ਬਾਬਰ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਸੀ, ਪਰ ਇਸ ਨੂੰ ਪੂਰੀ ਤਰ੍ਹਾਂ ਕੋਈ ਵੀ ਨਹੀਂ ਜਿੱਤ ਸਕਿਆ। ਅਕਬਰ ਦੇ ਸਮੇਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਅਕਬਰ ਨੇ ਬਾਰ-ਬਾਰ ਜੋ ਮੈਵਾੜ ਦੇ ਖੇਤਰ ਆ ਜੀ, ਕਦੇ ਚਿਤੌੜ, ਕਦੇ ਕਿਸੇ ਹੋਰ ਕਿਲੇ ਦੇ ਉੱਪਰ ਹਮਲਾ ਤਾਂ ਜ਼ਰੂਰ ਕੀਤਾ, ਕੁਝ ਸਮੇਂ ਦੇ ਲਈ ਜਿੱਤਿਆ ਵੀ ਜ਼ਰੂਰ, ਪਰ ਉਸ ਨੂੰ ਪੂਰਨ ਤੌਰ 'ਤੇ ਉਹ ਮੁਗਲ ਸਾਮਰਾਜ ਦੇ ਵਿੱਚ ਸ਼ਾਮਲ ਨਹੀਂ ਕਰ ਪਾ ਰਹੇ। ਪਰ ਜੋ ਇਹ ਮੈਵਾੜ ਸੀ ਜੀ, ਇਸ ਨੂੰ ਜਹਾਂਗੀਰ ਆਪਣੇ ਸਾਮਰਾਜ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰਦਾ। ਇਹ ਕਿਵੇਂ ਹੁੰਦਾ ਜੀ, ਇਹ ਹੁਣ ਆਪਾਂ ਵੇਖਦੇ ਹਾਂ। ਮੈਵਾੜ ਦੇ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਜੀ, ਜਿਸ ਦਾ ਨਾਮ ਸੀ ਅਮਰ ਸਿੰਘ, ਜੋ ਮਹਾਰਾਣਾ ਪ੍ਰਤਾਪ ਆ ਜੀ ਇਹ ਅਕਬਰ ਦੇ ਸਮੇਂ ਸੀ। ਠੀਕ ਹੈ ਜੀ, ਜਿਸ ਦੇ ਨਾਲ ਅਕਬਰ ਦਾ ਯੁੱਧ ਹੁੰਦਾ ਹੈ, ਪਰ ਇਹ ਅਕਬਰ ਦੇ ਸਮੇਂ ਦੇ ਵਿੱਚ ਹੀ ਜੋ ਮਹਾਰਾਣਾ ਪ੍ਰਤਾਪ ਆ ਜੀ ਇਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਜੋ ਜਹਾਂਗੀਰ ਬਣਦਾ ਜੀ ਸ਼ਾਸਕ, ਉਸ ਸਮੇਂ ਜੋ ਮੈਵਾੜ 'ਤੇ ਰਾਜ ਕਰ ਰਿਹਾ ਹੁੰਦਾ ਜੀ, ਉਸ ਦਾ ਨਾਮ ਸੀ ਅਮਰ ਸਿੰਘ। ਉਸ ਨੂੰ ਹਰਾਉਣ ਦੇ ਲਈ ਜੀ ਜਹਾਂਗੀਰ ਸ਼ਾਸਕ ਬਣਨ ਦੇ ਬਾਅਦ ਅਭਿਆਨ ਸ਼ੁਰੂ ਕਰ ਦਿੰਦਾ ਹੈ। ਠੀਕ ਆ, ਜਦੋਂ ਇਹ ਜੀ ਸ਼ਾਸਕ ਬਣ ਜਾਂਦਾ ਹੈ 1605 ਈਸਵੀ ਦੇ ਵਿੱਚ, ਅਤੇ ਉਸੇ ਸਮੇਂ ਤੋਂ ਹੀ ਜੀ ਇਹ ਜੋ ਰਾਜਪੂਤ ਰਾਜੇ ਹੁੰਦੇ ਆ ਜੀ, ਮੈਵਾੜ ਦੇ ਰਾਜਪੂਤ ਹੁੰਦੇ ਆ, ਉਹਨਾਂ ਦੇ ਖਿਲਾਫ ਅਭਿਆਨ ਕਰਦਾ ਰਹਿੰਦਾ ਹੈ। ਪਰ ਇਸ ਦੇ ਵਿੱਚ ਕੀ ਹੁੰਦਾ ਜੀ ਕਿ 1613 ਈਸਵੀ ਦੇ ਵਿੱਚ ਉਹ ਆਪਣੇ ਪੁੱਤਰ ਖੁਰਮ ਦੇ ਅਧੀਨ ਜੀ ਇੱਕ ਸੈਨਾ ਭੇਜਦਾ। ਖੁਰਮ ਕਿਹੜਾ ਜੀ, ਸ਼ਾਹਜਹਾਂ, ਯਾਨੀ ਕਿ ਸ਼ਾਹਜਹਾਂ ਦੇ ਅਧੀਨ ਜਹਾਂਗੀਰ ਇੱਕ ਸੈਨਾ ਭੇਜਦਾ ਹੈ, ਅਤੇ ਉਹ ਸੈਨਾ ਕੀ ਕਰਦੀ ਹੈ ਜੀ ਕਿ ਉਹ ਅਮਰ ਸਿੰਘ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਮੁਗਲਾਂ ਦੇ ਨਾਲ ਸੰਧੀ ਕਰੇ। ਇਸ ਤਰ੍ਹਾਂ ਜੀ ਇਹਨਾਂ ਦੋਨਾਂ ਦੇ ਵਿੱਚ ਸੰਧੀ ਹੁੰਦੀ ਹੈ, ਜਿਸ ਦੇ ਨਾਲ ਕੀ ਹੁੰਦਾ ਹੈ, ਜੋ ਹੁਣ ਮੈਵਾੜ ਦਾ ਖੇਤਰ ਹੈ ਜੀ, ਜਿਸ ਨੂੰ ਪਹਿਲਾਂ ਕੋਈ ਵੀ ਮੁਗਲ ਸ਼ਾਸਕ ਨਹੀਂ ਜਿੱਤ ਪਾ ਰਿਹਾ ਸੀ, ਉਸ ਨੂੰ ਜਹਾਂਗੀਰ ਹੁਣ ਆਪਣੇ ਅਧੀਨ ਕਰ ਲੈਂਦਾ। ਇਸ ਤਰ੍ਹਾਂ ਇਹ ਉਸ ਦੀ ਬਹੁਤ ਵੱਡੀ ਜਿੱਤ ਹੁੰਦੀ ਹੈ। ਜਹਾਂਗੀਰ ਨੇ ਜੀ ਮੁਗਲ ਸਾਮਰਾਜ ਨੂੰ ਉੱਤਰ ਵਿੱਚ ਕਾਂਗੜਾ ਤੋਂ ਲੈ ਕੇ, ਯਾਨੀ ਕਿ ਹਿਮਾਚਲ ਤੋਂ ਲੈ ਕੇ, ਦੱਖਣ ਦੇ ਵਿੱਚ ਅਹਿਮਦਨਗਰ ਅਤੇ ਮੈਵਾੜ ਦੇ ਖੇਤਰਾਂ ਤੱਕ ਵੀ ਫੈਲਾ ਦਿੱਤਾ, ਯਾਨੀ ਕਿ ਬਹੁਤ ਵੱਡੇ ਭਾਰਤ ਦੇ ਖੇਤਰ ਨੂੰ ਹੁਣ ਜੋ ਜਹਾਂਗੀਰ ਹੈ ਜੀ ਇਸ ਨੇ ਆਪਣੇ ਅਧੀਨ ਕਰ ਲਿਆ ਸੀ। ਜਹਾਂਗੀਰ ਦੁਆਰਾ ਸਾਮਰਾਜ ਵਿੱਚ ਵਾਧੇ ਨੂੰ ਪੜ੍ਹਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਜਹਾਂਗੀਰ ਅਤੇ ਬੇਗਮ ਨੂਰ ਜਹਾਂ ਬਾਰੇ। ਇਹ ਕੌਣ ਸੀ, ਇਹਨਾਂ ਦਾ ਕੀ ਰਿਲੇਸ਼ਨ ਸੀ, ਇਸ ਦੇ ਬਾਰੇ ਹੁਣ ਆਪਾਂ ਪੜ੍ਹਾਂਗੇ। ਜੋ ਨੂਰ ਜਹਾਂ ਜੀ ਇਹ ਈਰਾਨ ਨਿਵਾਸੀ ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ, ਯਾਨੀ ਕਿ ਨੂਰ ਜਹਾਂ ਦੇ ਪਿਤਾ ਦਾ ਨਾਮ ਸੀ ਜੀ ਮਿਰਜ਼ਾ ਗਿਆਸ ਬੇਗ, ਅਤੇ ਜੋ ਨੂਰ ਜਹਾਂ ਜੀ ਇਸ ਦਾ ਅਸਲੀ ਨਾਮ ਸੀ ਮਹਿਰੂਨੀ ਸ਼ਾਹ। ਜੋ ਮਹਿਰੂਨੀ ਸ਼ਾਹ ਜੀ, ਇਸ ਦਾ ਵਿਆਹ ਹੋਇਆ ਸੀ ਜੀ ਪਹਿਲਾਂ, ਜੋ ਕਿਸੇ ਜੀ ਅਲੀ ਕੁਲੀ ਬੇਗ ਦੇ ਨਾਲ।
ठीक है। जो अली कुली बेग सी उस दे नाल मेहरूनिशा शाह की पहला मैरिज हुई सी। अली कुली बेग की मौत तो बाद जो मेहरूनिशा जी उसनों अकबर की विधवा जिसका नाम से जी सलीमा बेगम उसकी सेवा के रखा जाता है। यानी कि जहांगीर की जो मतरेई माँ होंगी है जी सलीमा बेगम उसकी सेवा के लिए जो मेहरूनिशा जी उसनों दरबार के रखा जाता है या किले के रखा जाता, कुछ भी तुम कह सकते हो। इस तो बाद की घटना होंगी है जी कि नौरोज़ एक जो त्यौहार होंदा जी फारसी त्यौहार होंदा है। उस समय जो जहांगीर होंदा है जी वो इस मेहरूनिशा नूं वेखदा है ਅਤੇ ਉਸ ਦੀ ਖੂਬਸੂਰਤੀ ਤੋਂ ਜੀ ਉਹ ਇੰਪ੍ਰੈਸ ਹੋ ਜਾਂਦਾ ਹੈ ਅਤੇ ਉਸ ਦੇ ਨਾਲ ਵਿਆਹ ਕਰਵਾਉਣ ਦੇ ਲਈ ਮਨ ਬਣਾ ਲੈਂਦਾ ਹੈ। ਅਤੇ 1611 ਈਸਵੀ ਦੇ ਵਿੱਚ ਜੋ ਮੇਹਰੂਨਿਸ਼ਾ ਅਤੇ ਜੋ ਜਹਾਂਗੀਰ ਆ ਜੀ ਇਹਨਾਂ ਦਾ ਵਿਆਹ ਹੋ ਜਾਂਦਾ ਹੈ, ਜੋ ਕਿ ਅਲੀ ਕੁਲੀ ਬੇਗ ਦੀ ਵਿਧਵਾ ਸੀ। ਉਸ ਸਮੇਂ ਤੱਕ ਕੀ ਹੁੰਦੇ ਹੈ ਜੀ, ਜੋ ਕਿ ਮੇਹਰੂਨਿਸ਼ਾ ਉਸ ਦੀ ਇੱਕ ਪੁੱਤਰੀ ਵੀ ਹੁੰਦੀ ਹੈ ਜੋ ਉਸ ਦੀ ਪਹਿਲੇ ਵਿਆਹ ਤੋਂ ਸੀ, ਜਿਸ ਦਾ ਨਾਮ ਆਪਾਂ ਜੀ ਸਟਾਰਟਿੰਗ ਦੇ ਵਿੱਚ ਹੀ ਦੇਖ ਲਿਆ ਸੀ। ਉਸ ਦੇ ਨਾਮ ਦੇ ਬਾਰੇ ਵੈਸੇ ਆਪਾਂ ਨੂੰ ਜ਼ਿਆਦਾ ਕੋਈ ਪ੍ਰਸ਼ਨ ਨਹੀਂ ਹੁੰਦੇ, ਉਹ ਤਾਂ ਬਸ ਵੈਸੇ ਹੀ ਯਾਦ ਰੱਖਣ ਦੀ ਗੱਲ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜਦੋਂ ਜਹਾਂਗੀਰ ਦਾ ਇਸ ਦੇ ਨਾਲ ਵਿਆਹ ਹੋ ਜਾਂਦਾ ਹੈ ਮੇਹਰੂਨਿਸ਼ਾ ਦੇ ਨਾਲ, ਤਾਂ ਉਹ ਇਸ ਤੋਂ ਜੀ ਬਹੁਤ ਹੀ ਜ਼ਿਆਦਾ ਇਹਨੂੰ ਪਿਆਰ ਕਰਦਾ ਹੁੰਦਾ। ਇਸ ਦੇ ਬਾਅਦ ਕੀ ਹੁੰਦਾ ਹੈ ਜੀ ਕਿ ਉਹ ਇਹਨੂੰ 2 ਉਪਾਧੀਆਂ ਦਿੰਦਾ ਇਸ ਦੀ ਖੂਬਸੂਰਤੀ ਤੋਂ ਪ੍ਰਸੰਨ ਹੋ ਕੇ, ਜਿਸ ਦੇ ਵਿੱਚ ਪਹਿਲਾ ਹੁੰਦਾ ਹੈ ਜੀ ਨੂਰ ਮਹਿਲ, ਯਾਨੀ ਕਿ ਜੋ ਮਹਿਲ ਦਾ ਚਾਨਣ, ਮਹਿਲ ਦੀ ਰੋਸ਼ਨੀ। ਦੂਸਰਾ ਉਪਾਧੀ ਦਿੰਦਾ ਹੈ ਜੀ ਨੂਰ ਜਹਾਂ, ਯਾਨੀ ਕਿ ਜਹਾਨ ਦੀ ਰੋਸ਼ਨੀ। ਉਹ ਉਸ ਦੀ ਖੂਬਸੂਰਤੀ ਤੋਂ ਪ੍ਰਸੰਨ ਹੋ ਕੇ ਉਸ ਨੂੰ 2 ਉਪਾਧੀਆਂ ਦਿੰਦਾ ਹੈ। ਨੂਰ ਜਹਾਂ ਜੀ ਇੱਕ ਤੇਜ਼ ਬੁੱਧੀ ਵਾਲੀ ਇਸਤਰੀ ਹੁੰਦੀ ਹੈ। ਉਹ ਜਹਾਂਗੀਰ ਦੇ ਸ਼ਾਸਨ ਉੱਪਰ ਵੀ ਆਪਣਾ ਪ੍ਰਭਾਵ ਪਾਉਂਦੀ ਹੈ ਅਤੇ ਜਹਾਂਗੀਰ ਜੋ ਆਪਣੇ ਫੈਸਲੇ ਲੈਂਦਾ ਜੀ ਉਹ ਵੀ ਨੂਰ ਜਹਾਂ ਦੀ ਸਲਾਹ ਦੇ ਨਾਲ ਲੈਂਦਾ ਹੈ। ਯਾਨੀ ਕਿ ਨੂਰ ਜਹਾਂ ਤੋਂ ਪੁੱਛੇ ਬਿਨਾਂ ਕੋਈ ਵੀ ਜਹਾਂਗੀਰ ਹੈ ਜੋ ਵੱਡਾ ਫੈਸਲਾ ਨਹੀਂ ਕਰ ਪਾਉਂਦਾ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੋ ਨੂਰ ਜਹਾਂ ਉਸ ਦਾ ਜਹਾਂਗੀਰ ਦੇ ਸ਼ਾਸਨ ਦੇ ਉੱਤੇ, ਉਸ ਦੇ ਸਾਮਰਾਜ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈ ਜਾਂਦਾ ਹੈ। ਨੂਰ ਜਹਾਂ ਦਾ ਜਹਾਂਗੀਰ ਦੇ ਉੱਪਰ ਕਿੰਨਾ ਪ੍ਰਭਾਵ ਸੀ, ਇਸ ਨੂੰ ਜੀ ਆਪਾਂ ਇਸ ਘਟਨਾ ਤੋਂ ਵੀ ਸਮਝ ਸਕਦੇ ਹਾਂ ਕਿ ਜੋ ਨੂਰ ਜਹਾਂ ਦੇ ਪਰਿਵਾਰ ਦੇ ਮੈਂਬਰ ਸੀ, ਜਿਵੇਂ ਕਿ ਉਸਦੇ ਪਿਤਾ, ਉਸਦੇ ਮਾਤਾ ਅਤੇ ਉਸਦੇ ਭਰਾ ਜੀ, ਉਹਨਾਂ ਨੂੰ ਦਰਬਾਰ ਦੇ ਵਿੱਚ ਇੱਕ ਉੱਚ ਸਥਾਨ ਪ੍ਰਾਪਤ ਸੀ ਜੋ ਕਿ ਜਹਾਂਗੀਰ ਦੇ ਦੁਆਰਾ ਪ੍ਰਦਾਨ ਕੀਤਾ ਗਿਆ ਸੀ। ਨੂਰ ਜਹਾਂ ਨੇ ਜੀ ਆਪਣੇ ਪਿਤਾ ਮਿਰਜ਼ਾ ਗਿਆਸ ਬੇਗ ਦੀ ਮੌਤ ਦੇ ਬਾਅਦ ਇਤਮਾਦ ਉਦ ਦੌਲਾ ਦਾ ਜੀ ਇੱਕ ਮਕਬਰਾ ਬਣਵਾਇਆ, ਜੋ ਬਣਵਾਇਆ ਸੀ 1626 ਈਸਵੀ ਦੇ ਵਿੱਚ, ਜੋ ਕਿ ਸਫੇਦ ਸੰਗਮਰਮਰ ਦੀ ਪਹਿਲੀ ਇਮਾਰਤ ਸੀ ਜੋ ਮੁਗਲ ਕਾਲ ਦੇ ਵਿੱਚ ਬਣਾਈ ਗਈ ਸੀ। ਇਸ ਤੋਂ ਬਾਅਦ ਜੀ ਤਾਜ ਮਹਿਲ ਬਣਾਇਆ ਗਿਆ ਸੀ ਜੋ ਸ਼ਾਹਜਹਾਂ ਦੇ ਸਮੇਂ ਬਣਵਾਇਆ ਗਿਆ ਸੀ, ਪਰ ਜੋ ਜਹਾਂਗੀਰ ਦੇ ਸਮੇਂ ਸੰਗਮਰਮਰ ਦੀ ਬਣਾਈ ਗਈ ਸੀ ਇਮਾਰਤ, ਇਹ ਸਭ ਤੋਂ ਪਹਿਲੀ ਇਮਾਰਤ ਸੀ ਜੋ ਮੁਗਲ ਕਾਲ ਦੇ ਵਿੱਚ ਬਣਾਈ ਗਈ ਸੀ, ਜੋ ਸਫੇਦ ਸੰਗਮਰਮਰ ਤੋਂ ਬਣੀ ਹੋਈ ਸੀ। ਅਤੇ ਜੋ ਇਤਮਾਦ ਉਦ ਦੌਲਾ ਜੀ, ਇਹ ਇੱਕ ਉਪਾਧੀ ਸੀ ਜੋ ਮਿਰਜ਼ਾ ਗਿਆਸ ਬੇਗ ਨੂੰ ਦਿੱਤੀ ਗਈ ਸੀ ਜਹਾਂਗੀਰ ਦੇ ਦੁਆਰਾ। ਠੀਕ ਆ ਜੀ, ਇੱਥੇ ਆਪਾਂ ਨੂੰ ਸਾਰਾ ਕੁਝ ਕਲੀਅਰ ਹੋ ਜਾਂਦਾ। ਇਸ ਨੂੰ ਯਾਦ ਰੱਖ ਲਿਓ ਕਿ ਕਿਹੜਾ ਮਕਬਰਾ ਸੀ ਅਤੇ ਕਿਹਨੇ ਬਣਵਾਇਆ ਸੀ। ਜਹਾਂਗੀਰ ਦੀ ਮੌਤ ਦੇ ਬਾਅਦ ਜੋ ਉਸਦਾ ਮਕਬਰਾ ਹੈ ਜੀ ਉਹ ਵੀ ਨੂਰ ਜਹਾਂ ਦੇ ਦੁਆਰਾ ਹੀ ਬਣਾਇਆ ਗਿਆ ਸੀ, ਜਿਹੜਾ ਕਿ ਲਾਹੌਰ ਦੇ ਸ਼ਹਾਦਰਾ ਦੇ ਵਿੱਚ ਬਣਾਇਆ ਗਿਆ ਸੀ। ਹੁਣ ਆਪਾਂ ਜਾਣਦੇ ਹਾਂ ਜੀ ਨਿਆਂ ਦੀ ਜੰਜੀਰ ਬਾਰੇ। ਜੋ ਜਹਾਂਗੀਰ ਹੈ ਜੀ ਇਹ ਨਿਆਂ ਦੀ ਜੰਜੀਰ ਬਣਵਾਉਣ ਲਈ ਵੀ ਮਸ਼ਹੂਰ ਸੀ। ਨਿਆਂ ਦੀ ਜੰਜੀਰ ਕੀ ਹੈ ਜੀ, ਇਸ ਦੇ ਬਾਰੇ ਹੁਣ ਆਪਾਂ ਡਿਟੇਲ ਦੇ ਨਾਲ ਪੜ੍ਹ ਲੈਂਦੇ ਹਾਂ। ਜੋ ਜਹਾਂਗੀਰ ਹੈ ਜੀ ਇਸਨੇ ਆਗਰਾ ਦੇ ਕਿਲੇ ਦੇ ਵਿੱਚ ਇੱਕ 60 ਘੰਟੀਆਂ ਵਾਲੀ ਸੋਨੇ ਦੀ ਜੰਜੀਰ ਲਗਵਾਈ ਸੀ। ਇਹ ਕਿਉਂ ਲਗਵਾਈ ਸੀ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਜੀ ਰਾਜੇ ਦੇ ਸਾਹਮਣੇ ਨਿਆਂ ਲਈ ਬੇਨਤੀ ਕਰਨੀ ਹੁੰਦੀ ਸੀ ਤਾਂ ਉਹ ਆ ਕੇ ਇਸ ਜੰਜੀਰ ਨੂੰ ਹਿਲਾ ਦਿੰਦਾ ਸੀ, ਜਿਸ ਦੇ ਉੱਪਰ 60 ਘੰਟੀਆਂ ਲੱਗੀਆਂ ਹੋਈਆਂ ਸੀ। ਜਦੋਂ ਉਹ ਹਿਲਾਉਂਦਾ ਸੀ ਜੀ ਉਸ ਜੰਜੀਰ ਨੂੰ ਤਾਂ ਉਹ ਘੰਟੀਆਂ ਵੱਜਦੀਆਂ ਸੀ, ਜਿਸ ਦੇ ਨਾਲ ਕੀ ਹੋ ਜਾਂਦਾ ਸੀ ਜੀ ਕਿ ਜੋ ਕਿਲੇ ਦੇ ਵਿੱਚ ਜਦੋਂ ਜਹਾਂਗੀਰ ਬੈਠਾ ਹੁੰਦਾ ਸੀ ਤਾਂ ਉਸ ਨੂੰ ਪਤਾ ਲੱਗ ਜਾਂਦਾ ਸੀ ਕਿ ਕੋਈ ਵਿਅਕਤੀ ਨਿਆਂ ਦੇ ਲਈ ਉਸ ਦੇ ਸਾਹਮਣੇ ਫਰਿਆਦ ਲੈ ਕੇ ਆਇਆ ਹੈ ਤਾਂ ਜਹਾਂਗੀਰ ਉਸ ਦੀ ਸੁਣਵਾਈ ਕਰਦਾ ਸੀ। ਜਹਾਂਗੀਰ ਉਸ ਵਿਅਕਤੀ ਦੀ ਸੁਣਵਾਈ ਕਰਕੇ ਜੀ ਨਿਆਂ ਦਾ ਪ੍ਰਬੰਧ ਕਰਦਾ ਸੀ। ਇਸੇ ਲਈ ਜੀ ਜੋ ਇਹ ਜੰਜੀਰ ਹੈ ਲਗਾਈ ਗਈ ਸੀ ਅਤੇ ਇਹ ਜੰਜੀਰ ਸੋਨੇ ਦੀ ਬਣੀ ਹੋਣ ਕਰਕੇ ਬਹੁਤ ਜ਼ਿਆਦਾ ਮਹਿੰਗੀ ਸੀ। ਇਸ ਕਰਕੇ ਇਸ ਨੂੰ ਜੀ ਨਿਆਂ ਦੀ ਜੰਜੀਰ ਕਿਹਾ ਜਾਂਦਾ ਹੈ, ਕਿਉਂਕਿ ਨਿਆਂ ਦੇ ਸਮੇਂ ਵਿਅਕਤੀ ਇਸ ਨੂੰ ਖੜਕਾ ਕੇ ਆਪਣੀ ਆਵਾਜ਼ ਨੂੰ ਰਾਜੇ ਤੱਕ ਪਹੁੰਚਾ ਸਕਦਾ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਜਹਾਂਗੀਰ ਦੀ ਮੌਤ ਅਤੇ ਉਸ ਦੇ ਉੱਤਰਾਧਿਕਾਰੀ ਬਾਰੇ। ਜਹਾਂਗੀਰ ਜਦੋਂ ਜੀ 28 ਅਕਤੂਬਰ 1627 ਈਸਵੀ ਨੂੰ ਕਸ਼ਮੀਰ ਤੋਂ ਵਾਪਸ ਆ ਰਿਹਾ ਹੁੰਦਾ ਹੈ ਤਾਂ ਲਾਹੌਰ ਦੇ ਨਜ਼ਦੀਕ ਹੀ ਉਸ ਦੀ ਜੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ, ਜਿਸ ਦੇ ਕਾਰਨ ਜੀ ਲਾਹੌਰ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਨੂੰ ਸ਼ਹਾਦਰਾ ਦੇ ਵਿੱਚ ਦਫਨਾਇਆ ਜਾਂਦਾ ਹੈ। ਲਾਹੌਰ ਦੇ ਵਿੱਚ ਹੀ ਇੱਕ ਜਗ੍ਹਾ ਹੈ ਜੀ ਸ਼ਹਾਦਰਾ, ਜਿੱਥੇ ਜਹਾਂਗੀਰ ਨੂੰ ਦਫਨਾਇਆ ਜਾਂਦਾ ਹੈ। ਅਤੇ ਬਾਅਦ ਵਿੱਚ ਇੱਥੇ ਹੀ ਜੋ ਨੂਰ ਜਹਾਂ ਹੁੰਦੀ ਹੈ, ਜੋ ਉਸ ਦੀ ਪਤਨੀ ਸੀ ਜੀ ਜਹਾਂਗੀਰ ਦੀ, ਉਹ ਇੱਥੇ ਜਹਾਂਗੀਰ ਦਾ ਮਕਬਰਾ ਬਣਵਾਉਂਦੀ ਹੈ, ਜੋ ਕਿ ਸ਼ਹਾਦਰਾ ਦੇ ਵਿੱਚ ਅਤੇ ਕਿੱਥੇ ਹੈ ਜੀ ਪਾਕਿਸਤਾਨ ਦੇ ਵਿੱਚ। ਇਹ ਮਕਬਰਿਆਂ ਦੇ ਬਾਰੇ ਵੀ ਕਈ ਵਾਰ ਜੀ ਪ੍ਰਸ਼ਨ ਬਣ ਜਾਂਦੇ ਆ। ਇਸ ਦੇ ਵਿੱਚ 2 ਪ੍ਰਸ਼ਨ ਬਣਦੇ ਆ ਜੀ ਕਿ ਭਾਰਤ ਤੋਂ ਬਾਹਰ ਕਿਹੜੇ-ਕਿਹੜੇ ਮੁਗਲ ਸ਼ਾਸਕਾਂ ਦੇ ਮਕਬਰੇ ਬਣੇ ਹੋਏ ਨੇ। 2 ਮੁਗਲ ਸ਼ਾਸਕਾਂ ਜੀ ਜਿਨ੍ਹਾਂ ਦੇ ਮਕਬਰੇ ਭਾਰਤ ਤੋਂ ਬਾਹਰ ਬਣੇ ਨੇ, ਇੱਕ ਤਾਂ ਹੈ ਜੀ ਜਹਾਂਗੀਰ, ਜਿਸ ਦਾ ਸ਼ਹਾਦਰਾ ਪਾਕਿਸਤਾਨ ਦੇ ਵਿੱਚ ਬਣਿਆ ਜੀ, ਹੁਣੀ ਆਪਾਂ ਪੜ੍ਹ ਲਿਆ। ਅਤੇ ਦੂਸਰਾ ਸੀ ਜੀ ਬਾਬਰ ਦਾ ਮਕਬਰਾ, ਜੋ ਹੁਮਾਯੂੰ ਦੇ ਦੁਆਰਾ ਬਣਾਇਆ ਜਾਂਦਾ ਹੈ ਜੀ ਕਾਬਲ ਦੇ ਵਿੱਚ, ਜੋ ਕਿ ਬਾਬਰ ਦੀ ਆਖਰੀ ਇੱਛਾ ਦੇ ਅਨੁਸਾਰ ਬਣਾਇਆ ਗਿਆ ਸੀ। ਇੱਕ ਦਾ ਹੈ ਜੀ ਜੋ ਬਾਬਰ ਸੀ ਉਸਦਾ ਕਾਬਲ ਦੇ ਵਿੱਚ ਬਣਾਇਆ ਗਿਆ, ਉਹ ਵੀ ਭਾਰਤ ਤੋਂ ਬਾਹਰ ਸੀ। ਅਤੇ ਦੂਸਰਾ ਜੀ ਪਾਕਿਸਤਾਨ ਦੇ ਵਿੱਚ ਸ਼ਹਾਦਰਾ ਦੇ ਵਿੱਚ ਜੋ ਜਹਾਂਗੀਰ ਦਾ ਮਕਬਰਾ, ਇਹ ਦੋਨੇ ਮਕਬਰੇ ਭਾਰਤ ਤੋਂ ਬਾਹਰ ਬਣੇ ਹੋਏ ਨੇ। ਅਸਲ ਦੇ ਵਿੱਚ ਜੋ ਜਹਾਂਗੀਰ ਹੈ ਜੀ ਇਹ ਸ਼ਰਾਬ, ਅਫੀਮ ਅਤੇ ਇਸਤਰੀਆਂ ਦਾ ਸ਼ੌਕੀਨ ਸੀ। ਇਸੇ ਕਾਰਨ ਹੀ ਇਸ ਦੀ ਜੋ ਸਿਹਤ ਵੀ ਜਲਦੀ ਖਰਾਬ ਹੋ ਗਈ ਸੀ ਅਤੇ ਜਲਦੀ ਇਸ ਦੀ ਮੌਤ ਹੋ ਗਈ ਸੀ।
ਇਹ ਤਾਂ ਉਹੀ ਗੱਲ ਹੋ ਗਈ ਜੀ ਕਿ ਵੈਲ ਤਾਂ ਇੱਕ ਮਾੜਾ ਵੇ, ਤੂੰ ਤਾਂ ਦੋ ਦੋ ਲਾਈ ਫਿਰਦਾ, ਇੱਕ ਦਾਰੂ ਦੂਜੀ ਤੀਵੀਂ। ਅਤੇ ਇਸ ਦੇ ਤਾਂ ਪਤੰਦਰ ਦੇ ਵਿਆਹ ਹੀ ਬਹੁਤ ਜ਼ਿਆਦਾ ਹੋਏ ਸੀ ਅਤੇ ਇਹਨੇ ਤਾਂ ਮਰਨਾ ਹੀ ਸੀ ਫਿਰ ਜੀ। ਠੀਕ ਹੈ ਜੀ। ਬਾਕੀ ਇਹ ਸ਼ਰਾਬ ਅਤੇ ਫੀਮ ਕੁਛ ਜ਼ਿਆਦਾ ਹੀ ਯੂਜ਼ ਕਰਦਾ ਸੀ, ਜਿਸ ਕਰਕੇ ਇਹਦਾ ਜੋ ਸਿਹਤ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਇਸ ਕਰਕੇ ਇਸ ਦੀ ਮੌਤ ਜਲਦੀ ਹੋ ਗਈ ਸੀ। ਜਹਾਂਗੀਰ ਦੀ ਮੌਤ ਦੇ ਬਾਅਦ ਜੀ ਉਸ ਦਾ ਪੁੱਤਰ ਜੋ ਸੀ ਖੁਰਮ, ਜਿਸ ਦੇ ਨਾਮ ਬਾਅਦ ਦੇ ਵਿੱਚ ਜੀ ਸ਼ਾਹਜਹਾਂ ਪੈ ਜਾਂਦਾ ਹੈ, ਜਦੋਂ ਇਹ ਖੁਰਮ ਨੂੰ ਸ਼ਾਹਜਹਾਂ ਦੀ ਉਪਾਧੀ ਦੇ ਦਿੰਦਾ ਹੈ, ਉਹ ਜੀ ਅਗਲਾ ਸ਼ਾਸਕ ਬਣਦਾ ਹੈ, ਜੋ ਬਣਦਾ ਹੈ ਜੀ 28 ਅਕਤੂਬਰ 1627 ਈਸਵੀ ਨੂੰ, ਕਿਉਂਕਿ ਉਸ ਸਮੇਂ ਹੀ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਜੋ ਪੁੱਤਰ ਹੁੰਦਾ ਜੀ ਸ਼ਾਹਜਹਾਂ, ਉਹ ਅਗਲਾ ਸ਼ਾਸਕ ਬਣ ਜਾਂਦਾ ਹੈ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕੁਝ ਹੋਰ ਬਿੰਦੂਆਂ ਨੂੰ ਜਿਨ੍ਹਾਂ ਤੋਂ ਆਪਾਂ ਨੂੰ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਜੋ ਜਹਾਂਗੀਰ ਹੈ ਜੀ ਇੱਕ ਵਿਦਵਾਨ ਵਿਅਕਤੀ ਸੀ। ਉਸਨੇ ਫਾਰਸੀ ਦੇ ਵਿੱਚ ਆਪਣੀ ਆਤਮ ਕਥਾ ਲਿਖੀ ਸੀ ਜੀ, ਜਿਸ ਦਾ ਟਾਈਟਲ ਸੀ ਤੁਝ ਕੇ ਜਹਾਂਗੀਰੀ। ਜੋ ਅਕਬਰ ਸੀ ਜੀ ਉਹ ਇੱਕ ਅਨਪੜ੍ਹ ਸ਼ਾਸਕ ਸੀ, ਪਰ ਜੋ ਉਸਦਾ ਪੁੱਤਰ ਜਹਾਂਗੀਰ ਹੈ ਜੀ ਇੱਕ ਵਿਦਵਾਨ ਸ਼ਾਸਕ ਸੀ, ਕਿਉਂਕਿ ਇਸ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ ਧਿਆਨ ਜੋ ਅਕਬਰ ਦੇ ਦੁਆਰਾ ਦਿੱਤਾ ਗਿਆ ਸੀ ਸ਼ੁਰੂ ਤੋਂ ਹੀ। ਇਸ ਲਈ ਜੋ ਜਹਾਂਗੀਰ ਆ ਜੋ ਇੱਕ ਵਿਦਵਾਨ ਵਿਅਕਤੀ ਦੇ ਰੂਪ ਵਿੱਚ ਸ਼ਾਸਕ ਬਣਿਆ ਸੀ। ਜਹਾਂਗੀਰ ਦੇ ਸਮੇਂ ਨੂੰ ਜੀ ਚਿੱਤਰਕਲਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਕਿ ਇਸ ਸਮੇਂ ਹੀ ਸਭ ਤੋਂ ਬੈਸਟ ਜੋ ਪੇਂਟਿੰਗਸ ਆ ਜੀ ਉਹ ਬਣੀਆਂ ਸੀ ਮੁਗਲ ਕਾਲ ਦੇ ਸਮੇਂ ਲਈ, ਇਸ ਲਈ ਇਸ ਨੂੰ ਜੀ ਚਿੱਤਰਕਲਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਦੋ ਮੁੱਖ ਚਿੱਤਰਕਾਰ ਜੋ ਜਹਾਂਗੀਰ ਦੇ ਸਮੇਂ ਜੀ ਦਰਬਾਰ ਦੇ ਵਿੱਚ ਸਨ, ਉਹ ਕਿਹੜੇ ਹੈ ਜੀ ਉਹਨਾਂ ਨੂੰ ਬਾਰੇ ਆਪਾਂ ਦੇਖ ਲੈਂਦੇ ਹਾਂ। ਪਹਿਲਾ ਸੀ ਜੀ ਉਸਤਾਦ ਮਨਸੂਰ ਅਤੇ ਦੂਸਰਾ ਸੀ ਜੀ ਅਬੁਲ ਹਸਨ। ਜੋ ਉਸਤਾਦ ਮਨਸੂਰ ਆ ਜੀ ਇਹ ਪੰਛੀਆਂ ਦੇ ਚਿੱਤਰ ਬਣਾਉਣ ਦੇ ਵਿੱਚ ਮਾਹਿਰ ਸੀ, ਯਾਨੀ ਕਿ ਇਹ ਪੰਛੀਆਂ ਦੀ ਪੇਂਟਿੰਗਸ ਕਰਦਾ ਸੀ, ਅਤੇ ਦੂਸਰਾ ਜੋ ਅਬੁਲ ਹਸਨ ਸੀ ਜੀ ਇਹ ਵਿਅਕਤੀਆਂ ਦੇ ਚਿੱਤਰ ਬਣਾਉਣ ਦੇ ਵਿੱਚ ਮਾਹਿਰ ਸੀ, ਯਾਨੀ ਕਿ ਪੋਰਟਰੇਟ ਪੇਂਟਿੰਗ ਕਰਨ ਦੇ ਵਿੱਚ ਇਹ ਮਾਹਿਰ ਸੀ। ਜੋ ਜਹਾਂਗੀਰ ਆ ਜੀ ਇਹ ਵੀ ਚਿੱਤਰਕਲਾ ਦੇ ਵਿੱਚ ਇੱਕ ਨਿਪੁੰਨ ਵਿਅਕਤੀ ਸੀ, ਇਹ ਬਹੁਤ ਪਾਰਖੂ ਸੀ ਜੀ ਇਸ ਚਿੱਤਰਕਲਾ ਦਾ, ਉਹ ਆਪ ਵੀ ਪੇਂਟਿੰਗ ਕਰਦਾ ਸੀ। ਜਹਾਂਗੀਰ ਇਸ ਗੱਲ ਨੂੰ ਵੀ ਕਹਿੰਦਾ ਸੀ ਕਿ ਜੇਕਰ ਉਸ ਨੂੰ ਕੋਈ ਪੇਂਟਿੰਗ ਹੀ ਦਿਖਾ ਦਿੱਤੀ ਜਾਵੇ ਤਾਂ ਉਹ ਪੇਂਟਿੰਗ ਦੇਖ ਕੇ ਹੀ ਦੱਸ ਸਕਦਾ ਹੈ ਕਿ ਕਿਸ ਪੇਂਟਰ ਦੇ ਦੁਆਰਾ ਤਿਆਰ ਕੀਤੀ ਗਈ ਹੈ। ਉਸ ਨੂੰ ਇੰਨਾ ਪਤਾ ਸੀ ਕਿ ਕਿਹੜਾ ਜੋ ਚਿੱਤਰਕਾਰ ਆ ਉਹ ਕਿਸ ਟਾਈਪ ਦੀ ਪੇਂਟਿੰਗ ਬਣਾਉਂਦਾ ਆ। ਜੋ ਜਹਾਂਗੀਰ ਆ ਜੀ ਇਸ ਦੇ ਦਰਬਾਰ ਦੇ ਵਿੱਚ ਕੁਝ ਯੂਰਪੀਅਨ ਸ਼ਕਤੀਆਂ ਦੇ ਲੋਕ ਵੀ ਆਏ ਸੀ, ਯਾਨੀ ਕਿ ਅੰਗਰੇਜ਼ ਆਏ ਸੀ। ਉਸ ਸਮੇਂ ਤੱਕ ਜੋ ਅੰਗਰੇਜ਼ ਆ ਜੀ ਉਹ ਭਾਰਤ ਦੇ ਵਿੱਚ ਐਂਟਰ ਕਰਨ ਲੱਗ ਗਏ ਸੀ। ਜਹਾਂਗੀਰ ਦੇ ਦਰਬਾਰ ਦੇ ਵਿੱਚ ਜੀ ਕੁਝ ਜੋ ਯੂਰਪੀਅਨ ਯਾਤਰੀ ਆਏ ਸੀ ਉਹ ਕੁਝ ਸਮੇਂ ਦੇ ਲਈ ਰੁਕੇ ਵੀ ਸੀ। ਸਮੇਂ ਤੋਂ ਇੱਥੇ ਮਤਲਬ ਆ ਜੀ ਕੁਝ ਸਾਲ ਜਾਂ ਕੁਝ ਮਹੀਨੇ ਕਹਿ ਸਕਦੇ ਹਾਂ, ਕੁਝ ਪਲ ਨਹੀਂ, ਕੁਝ ਸਮੇਂ ਤੋਂ ਮਤਲਬ ਕਿ 1-2 ਸਾਲ ਉਹਦੇ ਦਰਬਾਰ ਦੇ ਵਿੱਚ ਰੁਕੇ ਸੀ। ਇਹ ਕਿਹੜੇ ਯੂਰਪੀਅਨ ਯਾਤਰੀ ਇਸ ਦੇ ਦਰਬਾਰ ਦੇ ਵਿੱਚ ਆਏ ਸੀ ਜੀ, ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ ਸੀ, ਉਹ ਵੇਖ ਲੈਂਦੇ ਹਾਂ। ਪਹਿਲਾ ਹੈ ਜੀ ਕੈਪਟਨ ਹੌਕਿੰਸ, ਦੂਸਰਾ ਸੀ ਜੀ ਸਰ ਟੋਮਸ ਅਤੇ ਤੀਸਰਾ ਸੀ ਜੀ ਐਡਵਰਡ ਟੈਰੀ। ਇਹ ਜੋ 3 ਯੂਰਪੀਅਨ ਯਾਤਰੀ ਇਸ ਦੇ ਦਰਬਾਰ ਦੇ ਵਿੱਚ ਆਏ ਸੀ, ਕੈਪਟਨ ਹੌਕਿੰਸ, ਸਰ ਟੋਮਸ ਅਤੇ ਐਡਵਰਡ ਟੈਰੀ, ਇਹਨਾਂ ਦੇ ਨਾਮ ਤੁਸੀਂ ਯਾਦ ਰੱਖ ਲੈਣੇ ਆ। ਕਈ ਵਾਰ ਪੁੱਛ ਲਿਆ ਜਾਂਦਾ ਕਿ ਕਿਸ ਦੇ ਦਰਬਾਰ ਵਿੱਚ ਆਏ ਸੀ, ਅਤੇ ਸਭ ਤੋਂ ਪਹਿਲਾਂ ਜੋ ਅੰਗਰੇਜ਼ ਆਏ ਆ ਜਾਂ ਯੂਰਪੀਅਨ ਲੋਕ ਆਏ ਆ ਉਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ ਸੀ। ਕਈ ਵਾਰ ਪੁੱਛਿਆ ਜਾਂਦਾ ਕਿ ਕਿਸ ਮੁਗਲ ਸ਼ਾਸਕ ਦੇ ਦਰਬਾਰ ਦੇ ਵਿੱਚ ਜੋ ਯੂਰਪੀਅਨ ਯਾਤਰੀ ਆ ਉਹ ਸਭ ਤੋਂ ਪਹਿਲਾਂ ਆਏ ਸੀ, ਤਾਂ ਉਹ ਆਏ ਸੀ ਜੀ ਜਹਾਂਗੀਰ ਦੇ ਦਰਬਾਰ ਵਿੱਚ। ਚੱਲੇ ਉਹ ਅਕਬਰ ਦੇ ਦਰਬਾਰ ਵਿੱਚ ਆਉਣ ਲਈ ਸੀ, ਪਰ ਉਸ ਸਮੇਂ ਤੱਕ ਅਕਬਰ ਦੀ ਮੌਤ ਹੋ ਗਈ ਸੀ, ਪਹੁੰਚੇ ਉਹ ਜਹਾਂਗੀਰ ਦੇ ਦਰਬਾਰ ਦੇ ਸਮੇਂ 'ਤੇ। ਠੀਕ ਹੈ ਜੀ, ਇਹ ਨਾ ਕਿ ਤੁਸੀਂ ਯਾਦ ਰੱਖ ਲੈਣਾ। ਜਹਾਂਗੀਰ ਦੇ ਵਿਰੁੱਧ ਜੀ ਉਸਦੇ ਪੁੱਤਰ ਖੁਰਮ, ਜਿਸ ਨੂੰ ਆਪਾਂ ਸ਼ਾਹਜਹਾਂ ਦੇ ਨਾਮ ਨਾਲ ਜਾਣਦੇ ਹਾਂ, ਨੇ ਵੀ ਗੱਦੀ ਪ੍ਰਾਪਤ ਕਰਨ ਦੇ ਲਈ ਵਿਦਰੋਹ ਕੀਤਾ ਸੀ, ਪਰ ਉਹ ਸਫਲ ਰਿਹਾ ਸੀ। ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦੇਖਿਆ, ਇਸ ਦੇ ਬਾਰੇ ਆਪਾਂ ਕੋਈ ਪੜ੍ਹਿਆ ਨਹੀਂ ਸੀ, ਪਰ ਖੁਰਮ ਨੇ ਵੀ ਵਿਦਰੋਹ ਕੀਤਾ ਸੀ ਆਪਣੇ ਪਿਤਾ ਦੇ ਖਿਲਾਫ ਤਾਂ ਕਿ ਉਹ ਸ਼ਾਸਕ ਬਣ ਸਕੇ, ਪਰ ਉਦੋਂ ਉਹ ਸਫਲ ਰਿਹਾ ਸੀ। ਜਦੋਂ ਫਿਰ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਜੀ, ਉਸ ਤੋਂ ਬਾਅਦ ਫਿਰ ਜੋ ਸ਼ਾਹਜਹਾਂ ਉਹ ਅੱਗੇ ਸ਼ਾਸਕ ਬਣ ਜਾਂਦਾ। ਜੋ ਜਹਾਂਗੀਰ ਹੈ ਜੀ ਇਸਨੇ 20 ਤੋਂ ਵੱਧ ਵਿਆਹ ਕਰਵਾਏ ਹੋਏ ਸੀ। ਇਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਜੀ ਕਿ ਉਸਨੇ ਬਹੁਤ ਸਾਰੀਆਂ ਮੈਰਿਜ ਕਰਵਾਈਆਂ ਹੋਈਆਂ ਸੀ। ਉਸਨੇ ਜੀ ਅਨਾਰਕਲੀ ਦੇ ਪ੍ਰੇਮ ਵਿੱਚ ਉਸ ਦੀ ਮੌਤ ਦੇ ਬਾਅਦ ਅਨਾਰਕਲੀ ਦਾ ਮਕਬਰਾ ਬਣਾਇਆ, ਜੋ 1615 ਈਸਵੀ ਦੇ ਵਿੱਚ ਬਣਾਇਆ ਗਿਆ। ਇਸ ਦੇ ਬਾਰੇ ਵੀ ਆਪਾਂ ਡਿਟੇਲ ਨਾਲ ਪੜ੍ਹ ਚੁੱਕੇ ਹਾਂ। ਇਸ ਤਰ੍ਹਾਂ ਜੀ ਆਪਣਾ ਅੱਜ ਦਾ ਜੋ ਇਹ ਚੈਪਟਰ ਹੈ ਸਮਾਪਤ ਹੁੰਦਾ ਹੈ। ਹੋਪ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਹੈ ਜੀ, ਹੈਲਪਫੁਲ ਲੱਗੀ ਹੈ, ਤੇ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ। ਤੇ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰ ਦਿਓ। ਵੀਡੀਓ ਦਾ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਇਨ ਕੇਸ ਜੇਕਰ ਉਹ ਲਿੰਕ ਨਾ ਚੱਲੇ ਤਾਂ ਤੁਸੀਂ ਪੰਜਾਬ ਐਜੂਕੇਸ਼ਨ ਨੂੰ ਜੀ ਟੈਲੀਗ੍ਰਾਮ ਐਪ 'ਤੇ ਜਾ ਕੇ ਸਰਚ ਕਰਨਾ ਹੈ। ਪੰਜਾਬ ਐਜੂਕੇਸ਼ਨ ਲਿਖ ਕੇ ਸਰਚ ਕਰੋਗੇ ਆਪਣਾ ਚੈਨਲ ਆ ਜਾਏਗਾ ਜੀ, ਸੇਮ ਬਲੂ ਕਲਰ ਦਾ ਲੋਗੋ ਆ, ਤੁਸੀਂ ਉੱਥੇ ਜੁਆਇਨ ਹੋ ਸਕਦੇ ਹੋ ਤੇ ਸਾਰੀਆਂ ਵੀਡੀਓ ਦਾ ਜੀ ਫ੍ਰੀ ਆਫ ਕਾਸਟ PDF ਲੈ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।